ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ। ਆਪ ਸਾਰੀਆਂ ਭੈਣਾਂ ਦਾ, ਵੀਰਾਂ ਦਾ, ਸਭ ਨੂੰ ਜੀ ਆਇਆਂ ਆਖਿਆ ਜਾਂਦਾ ਹੈ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਆਪਸ ਵਿੱਚ ਸਾਂਝੀ ਕਰ ਰਹੇ ਹਾਂ। ਖੁਸ਼ੀ ਪਾਣਾ, ਆਨੰਦਿਤ ਜੀਵਨ ਬਤੀਤ ਕਰਨਾ ਹਰ ਮਨੁੱਖ ਦਾ ਹੱਕ ਵੀ ਹੈ ਔਰ ਹਰ ਮਨੁੱਖ ਦਾ ਫਰਜ਼ ਵੀ ਹੈ। ਜਿਵੇਂ ਅਸੀਂ ਰੋਜ਼ ਵਿਚਾਰੇ ਪਹਿਲਾਂ ਕਰ ਰਹੇ ਹਾਂ ਕਿ ਹਰ ਮਨੁੱਖ ਖੁਸ਼ੀ ਵਾਸਤੇ ਯਤਨ ਕਰਦਾ ਹੈ, ਆਨੰਦ ਵਾਸਤੇ, ਪਰ ਕਈ ਵਾਰ ਜ਼ਿੰਦਗੀ ਵਿੱਚ ਖੁਸ਼ੀ ਜਾਂ ਆਨੰਦ ਪੈਦਾ ਹੁੰਦਾ ਨਹੀਂ। ਤਾਂ ਉਹਦਾ ਰੀਜ਼ਨ ਇੱਕ ਹੀ ਹੋ ਸਕਦਾ ਹੈ ਕਿ ਸਾਡੇ ਜੋ ਸਾਧਨ ਨੇ ਜਾਂ ਸਾਡਾ ਜੀਵਨ ਦਾ ਢੰਗ ਹੈ ਉਹਦੇ ਵਿੱਚ ਕਿਤੇ ਗਲਤੀ ਔਰ ਭੁੱਲ ਹੋ ਸਕਦੀ ਹੈ। ਜੇ ਉਸ ਗਲਤੀ ਔਰ ਭੁੱਲ ਨੂੰ ਸੁਧਾਰ ਲਿਆ ਜਾਏ ਔਰ ਆਨੰਦਮਈ ਜੀਵਨ ਦਾ ਸਹੀ ਰਾਸਤਾ ਅਪਣਾਇਆ ਜਾਏ ਤਾਂ ਹਰ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਆਨੰਦ, ਖੁਸ਼ੀ, ਖੇੜਾ ਪੈਦਾ ਹੋ ਸਕਦਾ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਸਾਨੂੰ ਉਹ ਰਾਸਤਾ ਦੱਸਿਆ ਹੈ, ਉਹ ਜੀਵਨ ਦੀ ਜੁਗਤ ਸਮਝਾਈ ਹੈ, ਜਿਸ ਜੀਵਨ ਜੁਗਤ ਨੂੰ ਅਪਣਾ ਕੇ ਦੁਨੀਆ ਦਾ ਹਰ ਮਨੁੱਖ ਆਨੰਦ ਮਾਣ ਸਕਦਾ ਹੈ, ਖੁਸ਼ੀ ਮਾਣ ਸਕਦਾ ਹੈ, ਰੱਬ ਵਿੱਚ ਅਭੇਦ ਹੋ ਕੇ, ਰੱਬ ਵਰਗਾ ਹੋ ਕੇ ਉਹ ਜੀ ਸਕਦਾ ਹੈ। ਤੇ ਜਿਵੇਂ ਕਿ ਪਹਿਲਾਂ ਮੈਂ ਬੇਨਤੀ ਕਰ ਚੁੱਕਾ ਹਾਂ, ਆਨੰਦ ਮਨੁੱਖੀ ਮਨ ਦੀ ਇੱਕ ਐਸੀ ਸਟੇਜ, ਇੱਕ ਐਸੀ ਅਵਸਥਾ ਦਾ ਨਾਮ ਹੈ ਜਿੱਥੇ ਜਾ ਕੇ ਮਨੁੱਖ ਦੇ ਅੰਦਰ ਵਿਵੇਕ ਬੁੱਧ ਪੈਦਾ ਹੋ ਜਾਂਦੀ ਹੈ ਔਰ ਜਿੱਥੇ ਜਾ ਕੇ ਇਹ ਮਨੁੱਖ ਪ੍ਰਭੂ ਦੇ ਅੰਦਰ ਅਭੇਦ ਹੋ ਕੇ ਰੱਬ ਦਾ ਰੂਪ ਹੋ ਜਾਂਦਾ ਹੈ। ਇਸ ਮਨੁੱਖ ਦੀ ਜ਼ਿੰਦਗੀ ਵਿੱਚੋਂ ਅਗਿਆਨਤਾ ਮਿਟ ਜਾਂਦੀ ਹੈ, ਗਿਆਨ ਦਾ ਦੀਵਾ ਇਹਦੇ ਅੰਦਰ ਜਗਦਾ ਹੈ, ਇਹਦੇ ਅੰਦਰੋਂ ਸੈਲਫਿਸ਼ਨੈਸ, ਮੋਹ ਆਦਿਕ ਮੁੱਕ ਜਾਂਦੇ ਨੇ ਔਰ ਕੇਵਲ ਸ਼ੁਭ ਗੁਣ ਇਹਦੇ ਮਨ, ਬਚਨ ਔਰ ਕਰਮ ਵਿੱਚ ਰਹਿ ਜਾਂਦੇ ਨੇ। ਹਰ ਇੱਕ ਦੇ ਅੰਦਰ ਰੱਬ ਦੀ ਜੋਤ ਨੂੰ, ਉਹਦੇ ਨੂਰ ਜ਼ਹੂਰ ਨੂੰ ਵੇਖਦਾ ਹੈ। ਇਸ ਦਾ ਹਰ ਇੱਕ ਦੇ ਨਾਲ ਪਿਆਰ ਵਿਹਾਰ ਰੱਬ ਵਰਗਾ ਹੋ ਜਾਂਦਾ ਹੈ। ਉਸ ਸਟੇਜ ਦਾ ਨਾਮ ਆਨੰਦ ਹੈ। ਤਾਂ ਆਓ ਅਸੀਂ ਅਗਲੀ ਵਿਚਾਰ ਕਰਨ ਦਾ ਯਤਨ ਕਰੀਏ। ਕੱਲ ਤੱਕ ਅਸੀਂ ਵਿਚਾਰ ਕਰ ਚੁੱਕੇ ਹਾਂ 20 ਪੌੜੀਆਂ ਦੀ। ਕੱਲ ਅਸੀਂ ਵਿਚਾਰ ਕੀਤੀ ਸੀ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ, ਕਿ ਆਨੰਦ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਪੈਦਾ ਹੁੰਦਾ ਹੈ, ਖੁਸ਼ੀ ਉਹਨਾਂ ਦੇ ਜੀਵਨ ਵਿੱਚ ਪੈਦਾ ਹੁੰਦੀ ਹੈ ਜਿਹੜੇ ਅੰਦਰੋਂ ਵੀ ਨਿਰਮਲ ਨੇ, ਜਿਹੜੇ ਬਾਹਰੋਂ ਵੀ ਨਿਰਮਲ ਨੇ। ਯਾਨੀ ਜਿਨ੍ਹਾਂ ਦੀ ਮੈਂਟੈਲਿਟੀ, ਜਿਨ੍ਹਾਂ ਦੀ ਸੋਚ ਵੀ ਪਾਵਨ ਔਰ ਪਵਿੱਤਰ ਹੈ, ਜਿਨ੍ਹਾਂ ਦੇ ਬੋਲ ਮਿੱਠੇ, ਪਿਆਰੇ, ਸਕਾਰਾਤਮਕ, ਪਰਉਪਕਾਰ ਵਾਲੇ ਨੇ ਔਰ ਜਿਨ੍ਹਾਂ ਦਾ ਵਿਹਾਰ ਵੀ ਬਿਹੇਵੀਅਰ ਵੀ ਨਿਰਮਲ ਹੈ, ਪਾਰਦਰਸ਼ੀ ਹੈ, ਸਾਰਿਆਂ ਦੇ ਨਾਲ ਇੱਕੋ ਜਿਹਾ ਵਿਹਾਰ ਹੈ, ਸੱਚਾ ਔਰ ਸੁੱਚਾ ਵਿਹਾਰ ਹੈ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਆਨੰਦ ਪੈਦਾ ਹੁੰਦਾ ਹੈ। ਤੇ ਜਿਹੜੇ ਅੰਦਰੋਂ ਔਰ ਬਾਹਰੋਂ ਨਿਰਮਲ ਨੇ, ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਉਹ ਸਦਾ ਗੁਰੂ ਦੇ ਨਾਲ ਰਹਿੰਦੇ ਨੇ, ਭਾਵ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਂਦੇ ਹਨ। ਗੁਰੂ ਦੇ ਦੱਸੇ ਰਾਹਾਂ ਤੋਂ ਉਹ ਇੱਕ ਪਲ ਵਾਸਤੇ ਵੀ ਪਾਸੇ ਨਹੀਂ ਜਾਂਦੇ। ਅਗਲੀ ਪੌੜੀ ਵਿੱਚ ਗੁਰੂ ਜੀ ਬਚਨ ਕਰਦੇ ਹਨ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ। ਸਨਮੁਖ ਦਾ ਮਤਲਬ ਗੁਰੂ ਦੇ ਸਾਹਮਣੇ ਹੋਣਾ। ਜੇ ਕੋਈ ਗੁਰੂ ਦੇ ਦਰ ਤੇ ਪ੍ਰਵਾਨ ਹੋਣਾ ਚਾਹੁੰਦਾ ਹੈ, ਗੁਰੂ ਦੇ ਸਾਹਮਣੇ ਜੇ ਕੋਈ ਸੁਰਖਰੂ ਹੋਣਾ ਚਾਹੁੰਦਾ ਹੈ, ਦੇਖੋ ਇਹ ਚੀਜ਼ ਨਾ ਬੜੇ ਪਿਆਰ ਦੇ ਨਾਲ ਸਮਝਣ ਵਾਲੀ ਹੈ। ਕਈ ਵਾਰੀ ਅਸੀਂ ਇਹ ਕਹਿੰਦੇ ਨਹੀਂ ਕਿ ਫਲਾਂ ਬੰਦਾ ਤੇ ਮੇਰੇ ਸਾਹਮਣੇ ਜਾਂ ਕਿਸੇ ਦੇ ਸਾਹਮਣੇ ਮੂੰਹ ਵਿਖਾਣ ਜੋਗਾ ਨਹੀਂ ਰਿਹਾ, ਫਲਾਂ ਬੰਦਾ ਤੇ ਅੱਖ ਚੁੱਕ ਕੇ ਗੱਲ ਕਰਨ ਜੋਗਾ ਨਹੀਂ ਰਿਹਾ। ਰੀਜ਼ਨ ਕੀ ਹੈ ਕਿ ਉਹਨੇ ਕੁਝ ਐਸੇ ਕਰਮ ਕਰ ਲਏ ਨੇ ਜਿਹੜੇ ਕਰਮ ਇੱਜ਼ਤ ਵਾਲੇ, ਮਾਣ, ਆਦਰ, ਸਤਿਕਾਰ ਵਾਲੇ ਨਹੀਂ ਹਨ। ਕਿਸੇ ਨੂੰ ਕਿਸੇ ਨੇ ਧੋਖਾ ਦਿੱਤਾ ਹੋਵੇ ਪਿਆਰਾ ਮਿੱਤਰ, ਤੇ ਦੇ ਦਿੱਤਾ ਹੋਵੇ ਬਹੁਤ ਵੱਡਾ ਧੋਖਾ, ਤੇ ਬੰਦਾ ਕਹਿੰਦਾ ਨਾ ਕਿ ਫਲਾਂ ਬੰਦਾ ਤੇ ਮੂੰਹ ਵਿਖਾਣ ਜੋਗਾ ਨਹੀਂ ਰਿਹਾ ਕਿਉਂਕਿ ਉਹਨੇ ਕੁਝ ਕਰਮ ਹੀ ਐਸਾ ਕੀਤਾ ਹੈ। ਤਾਂ ਅਸੀਂ ਇੱਕ ਦੂਜੇ ਦੇ ਸਾਹਮਣੇ ਸੁਰਖਰੂ ਹੋ ਸਕੀਏ, ਇੱਕ ਦੂਜੇ ਦੇ ਨਾਲ ਖਿੜੇ ਮੱਥੇ ਮਿਲ ਸਕੀਏ, ਤਾਂ ਉਹਦੇ ਵਾਸਤੇ ਸਾਨੂੰ ਆਪਣੇ ਵਿਹਾਰ ਨੂੰ ਠੀਕ ਰੱਖਣ ਦੀ ਜ਼ਰੂਰਤ ਹੁੰਦੀ ਹੈ। ਜੇ ਕਿਸੇ ਨਾਲ ਅਸੀਂ ਮਾੜੇ ਬੋਲ ਲੈਨੇ ਜਾਂ ਅਸੀਂ ਕਿਸੇ ਦੇ ਨਾਲ ਬਿਹੇਵ ਮਾੜਾ ਕੀਤਾ ਹੈ, ਤਾਂ ਫਿਰ ਕੀ ਹੁੰਦਾ ਹੈ ਕਿ ਅਸੀਂ ਇੱਕ ਦੂਜੇ ਨੂੰ ਮੂੰਹ ਵਿਖਾਣ ਜੋਗੇ ਨਹੀਂ ਰਹਿ ਜਾਂਦੇ। ਇਹ ਤੇ ਹੈ ਆਮ ਜ਼ਿੰਦਗੀ ਦੀ ਗੱਲ। ਹੁਣ ਗੁਰੂ ਜੀ ਕਹਿੰਦੇ ਨੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ,
ਜੇ ਕੋਈ ਗੁਰੂ ਦੇ ਸਾਹਮਣੇ ਸੁਰਖਰੂ ਹੋਣਾ ਚਾਹੁੰਦਾ ਹੈ, ਜੇ ਕੋਈ ਗੁਰੂ ਸਾਹਮਣੇ ਸੁਰਖਰੂ ਹੋਣਾ ਚਾਹੁੰਦਾ ਹੈ, ਗੁਰੂ ਦੇ ਸਾਹਮਣੇ ਉਜਲੇ ਮੂੰਹ ਜਾਣਾ ਚਾਹੁੰਦਾ ਹੈ, ਗੁਰੂ ਤੋਂ ਮਾਣ ਆਦਰ ਸਤਿਕਾਰ ਪਾਣਾ ਚਾਹੁੰਦਾ ਹੈ, ਗੁਰੂ ਦੇ ਸਾਹਮਣੇ ਜਾ ਕੇ ਤੇ ਖੜਾ ਹੋਣ ਜੋਗਾ ਹੋਣਾ ਚਾਹੁੰਦਾ ਹੈ, ਤਾਂ ਉਹਨੂੰ ਕੀ ਕਰਨਾ ਚਾਹੀਦਾ ਹੈ? ਆਮ ਜ਼ਿੰਦਗੀ ਵਿੱਚ ਨਹੀਂ ਹੈ ਨਾ ਐਸਾ। ਬਹੁਤ ਸਾਰੇ ਸਾਡੇ ਕਰਮ ਐਸੇ ਹੁੰਦੇ ਨੇ ਜੋ ਅਸੀਂ ਗੁਰਮਤ ਆਸ਼ੇ ਅਨੁਸਾਰ ਨਹੀਂ ਕਰਦੇ, ਤੇ ਜੇ ਗੁਰਮਤ ਆਸ਼ੇ ਅਨੁਸਾਰ ਕਰਮ ਨਾ ਕੀਤੇ ਜਾਣ ਤੇ ਫਿਰ ਗੁਰੂ ਦੇ ਸਾਹਮਣੇ ਜਾ ਕੇ ਅਸੀਂ ਸੁਰਖਰੂ ਹੋਣ ਜੋਗੇ ਨਹੀਂ ਰਹਿੰਦੇ। ਤਾਂ ਉਹ ਕਿਹੜੇ ਕਰਮ ਨੇ, ਕੈਸੀ ਜ਼ਿੰਦਗੀ ਹੈ ਜਿਸ ਜ਼ਿੰਦਗੀ ਨੂੰ ਜੀ ਕੇ ਬੰਦਾ ਗੁਰੂ ਦੇ ਸਾਹਮਣੇ ਸੁਰਖਰੂ ਹੋ ਜਾਏ। ਤਾਂ ਹੁਣ ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਜੇ ਕੋਈ ਸੁਰਖਰੂ ਹੋਣਾ ਚਾਹੁੰਦਾ ਹੈ ਤਾਂ ਉਹਨੂੰ ਕੀ ਕਰਨਾ ਚਾਹੀਦਾ ਹੈ? ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰੂ ਨਾਲੇ। ਉਹਨੂੰ ਜਿੰਦ ਜਾਨ ਨਾਲ ਜਿਉ ਮਨ ਕਰਕੇ ਗੁਰੂ ਦੇ ਨਾਲ ਰਹਿਣਾ ਚਾਹੀਦਾ ਹੈ। ਜਿਹੜਾ ਗੁਰੂ ਸਾਹਮਣੇ ਸਨਮੁਖ ਹੋਣ ਜੋਗਾ ਹੈ, ਉਹ ਗੁਰੂ ਦੇ ਨਾਲ ਜਿਉ ਦਿਲੋਂ ਨਾਲ ਹੋਵੇਗਾ, ਦਿਲ ਤੋਂ ਨਾਲ ਹੋਵੇਗਾ, ਉਹ ਸਨਮੁਖ ਹੋ ਸਕੇਗਾ। ਜਿਵੇਂ ਅਸੀਂ ਦੇਖਦੇ ਹਾਂ, ਹੁਣ ਗੰਗੂ ਵੀ ਕਿੰਨਾ ਚਿਰ ਗੁਰੂ ਦੇ ਸਾਹਮਣੇ ਰਿਹਾ ਹੈ, ਪਰ ਉਹ ਗੁਰੂ ਦੇ ਸਨਮੁਖ ਹੋਣ ਜੋਗਾ ਰਿਹਾ ਨਹੀਂ ਨਾ। ਕੁਝ ਕਰਮ ਐਸੇ ਕਰ ਦਿੱਤੇ ਜੋ ਸਨਮੁਖ ਹੋਣ ਜੋਗਾ ਨਹੀਂ ਰਿਹਾ। ਅਸੀਂ ਦੇਖਦੇ ਹਾਂ ਕਿ ਦੁਨੀ ਚੰਦ ਹੈ, ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪੈਂਦਾ ਹੈ ਤੇ ਸੂਚਨਾ ਮਿਲਦੀ ਹੈ ਕਿ ਸਵੇਰੇ ਜੋ ਪਹਾੜੀ ਰਾਜੇ ਨੇ, ਔਰੰਗਜ਼ੇਬ ਦੀਆਂ ਸਰਹੰਦ ਦੀਆਂ ਫੌਜਾਂ ਨੇ, ਉਹ ਹਾਥੀ ਅੱਗੇ ਲਿਆਣਗੇ ਲਾ ਕੇ। ਹਾਥੀ ਨੂੰ ਉਹਨਾਂ ਨੇ ਢਾਲਾਂ ਵਗੈਰਾ ਨਾਲ ਮੜਿਆ ਹੋਏਗਾ, ਤੇ ਉਹ ਹਾਥੀ ਆਣ ਕੇ ਕਿਲੇ ਦੇ ਦਰਵਾਜ਼ੇ ਨੂੰ ਤੋੜੇਗਾ ਤੇ ਫੌਜਾਂ ਅੰਦਰ ਵੜਨ ਦਾ ਯਤਨ ਕਰਨਗੀਆਂ। ਤੇ ਗੁਰੂ ਸਾਹਿਬ ਕਹਿੰਦੇ ਨੇ ਕੋਈ ਗੱਲ ਨਹੀਂ, ਗੁਰੂ ਕਾ ਹਾਥੀ ਦੁਨੀ ਚੰਦ ਇਹ ਮੁਕਾਬਲਾ ਕਰੇਗਾ, ਜਿਹੜਾ ਬੜੇ ਡੀਲ ਡੋਲ ਵਾਲਾ ਜਵਾਨ ਹੈ। ਪਰ ਦੁਨੀ ਚੰਦ ਦਾ ਮਨ ਡੋਲ ਗਿਆ ਤੇ ਰਾਤ ਨੂੰ ਉਹ ਕੰਧ ਟੱਪ ਕੇ ਨਸ ਜਾਂਦਾ ਹੈ। ਇਹ ਗੱਲ ਵੱਖਰੀ ਹੈ ਕਿ ਡਿੱਗ ਕੇ ਲੱਤ ਉਡਾ ਲਈ ਜਾਂ ਜੈਸਾ ਵੀ, ਲੇਕਿਨ ਉਹ ਨਸ ਗਿਆ। ਤਾਂ ਹੁਣ ਗੁਰੂ ਦੇ ਸਨਮੁਖ ਹੋਣ ਜੋਗਾ ਨਹੀਂ ਰਿਹਾ, ਗੁਰੂ ਨੂੰ ਸਾਹਮਣੇ ਮੂੰਹ ਖਾਣ ਜੋਗਾ ਨਹੀਂ ਰਿਹਾ। ਕਿਉਂ? ਕਿ ਗੁਰੂ ਤੇ ਵਿਸ਼ਵਾਸ ਨਹੀਂ ਰਿਹਾ, ਗੁਰੂ ਦੇ ਦੱਸੇ ਹੋਏ ਗੁਰੂ ਦੇ ਹੁਕਮ ਨੂੰ ਉਹਨੇ ਫੋਲੋ ਨਹੀਂ ਕੀਤਾ। ਮੇਰੀ ਗੱਲ ਸਮਝ ਗਿਆ ਨਾ? ਗੁਰੂ ਸਾਹਮਣੇ ਮੂੰਹ ਖਾਣ ਜੋਗਾ ਨਹੀਂ ਰਿਹਾ। ਦੂਜੇ ਪਾਸੇ ਭਾਈ ਬਚਿੱਤਰ ਸਿੰਘ, ਇੱਕ ਕਹਿਰੇ ਜਿਹੇ ਵਜਨ ਦਾ ਨੌਜਵਾਨ, ਤੇ ਜਦੋਂ ਗੁਰੂ ਜੀ ਕਹਿੰਦੇ ਨੇ ਭਾਈ ਬਚਿੱਤਰ ਸਿੰਘ ਤੂੰ ਲੜੇਗਾ, ਤੇ ਭਾਈ ਬਚਿੱਤਰ ਸਿੰਘ ਜੀ ਕਹਿੰਦੇ ਨੇ ਸਤਿਗੁਰੂ ਤੁਹਾਡਾ ਹੁਕਮ ਹੋਵੇ, ਤੁਹਾਡੀ ਕਿਰਪਾ ਹੋਵੇ ਤਾਂ ਲੜਾਂਗਾ ਹੀ ਨਹੀਂ, ਮੈਂ ਹਾਥੀ ਨੂੰ ਅੱਗੇ ਲਾ ਕੇ ਭਜਾਵਾਂਗਾ, ਹਾਥੀ ਨੂੰ ਹਰਾਵਾਂਗਾ, ਮੈਂ ਜਿੱਤ ਪ੍ਰਾਪਤ ਕਰਾਂਗਾ। ਤਾਂ ਗੁਰੂ ਦੇ ਸਨਮੁਖ ਹੋਣ ਜੋਗਾ ਹੈ ਨਾ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਗੁਰੂ ਦੇ ਸਨਮੁਖ ਹੋਣ ਜੋਗੇ ਨੇ ਨਾ, ਤਾਂ ਉਹ ਦਿਲ ਕਰਕੇ ਗੁਰੂ ਦੇ ਨਾਲ ਰਹੇਗਾ। ਇਹ ਹੁਣ ਅਸੀਂ ਆਪ ਵੇਖਣਾ ਹੈ ਕਿ ਕੀ ਅਸੀਂ ਗੁਰੂ ਦੇ ਸਨਮੁਖ ਹੋਣ ਜੋਗੇ ਹਾਂ ਜਾਂ ਨਹੀਂ ਹਾਂ। ਕਿਉਂਕਿ ਮੈਂ ਤੁਹਾਡੇ ਦਿਲ ਦੀ ਗੱਲ ਨਹੀਂ ਜਾਣਦਾ, ਤੁਸੀਂ ਮੇਰੇ ਦਿਲ ਦੀ ਗੱਲ ਨਹੀਂ ਜਾਣਦੇ, ਅਸੀਂ ਇੱਕ ਦੂਜੇ ਦੇ ਦਿਲ ਦੀ ਗੱਲ ਨਹੀਂ ਜਾਣਦੇ, ਪਰ ਸਾਨੂੰ ਆਪਣੀ ਅਵਸਥਾ ਦਾ, ਆਪਣੀ ਸੋਚ ਦਾ ਹਰ ਇਨਸਾਨ ਨੂੰ ਪਤਾ ਹੈ, ਤੇ ਗੁਰੂ ਦੀ ਸੋਚ ਦਾ ਵੀ ਸਾਨੂੰ ਪਤਾ ਹੈ। ਗੁਰੂ ਦੀ ਸੋਚ ਕੈਸੀ ਹੈ? ਜੋ ਸਾਨੂੰ ਸਚਿਆਰ ਬਣਾਉਣਾ ਚਾਹੁੰਦੇ ਨੇ। ਮਨ ਬਚਨ ਕਰਮ ਕਰਕੇ ਅਸੀਂ ਸੱਚ ਦੇ ਨਾਲ ਜੁੜਨਾ ਹੈ, ਸੱਚ ਨੂੰ ਆਧਾਰ ਬਣਾ ਕੇ ਅਸੀਂ ਮਨੁੱਖੀ ਫਰਜ਼ਾਂ ਨੂੰ ਪੂਰਿਆਂ ਕਰਨਾ ਹੈ, ਅਸੀਂ ਸੱਚ ਬੋਲਣਾ ਹੈ, ਅਸੀਂ ਸੱਚ ਵੇਖਣਾ ਹੈ, ਸੱਚ ਦਾ ਸੰਗ੍ਰਹਿਣ ਕਰਨਾ ਹੈ, ਸੱਚੇ ਮਾਰਗ ਤੇ ਚੱਲਣਾ ਹੈ। ਤਾਂ ਗੁਰੂ ਜੀ ਦੀ ਸੋਚ ਤਾਂ ਇਹ ਹੈ ਮਹਾਨ। ਤੇ ਕੀ ਅਸੀਂ ਇਸ ਸੋਚ ਦੇ ਉੱਤੇ ਪੂਰੇ ਉਤਰਦੇ ਹਾਂ? ਜੇ ਅਸੀਂ ਇਸ ਸੋਚ ਤੇ ਪੂਰੇ ਉਤਰਦੇ ਹਾਂ ਤਾਂ ਅਸੀਂ ਗੁਰੂ ਦੇ ਸਨਮੁਖ ਹੋਣ ਜੋਗੇ ਹਾਂ, ਸਾਨੂੰ ਕੋਈ ਨਮੋਸ਼ੀ ਵਾਲੀ ਗੱਲ ਨਹੀਂ ਹੈ। ਪਰ ਜੇ ਅਸੀਂ ਇਸ ਸੋਚ ਤੇ ਪੂਰੇ ਨਹੀਂ ਉਤਰਦੇ ਤਾਂ ਗੁਰੂ ਨੂੰ ਮੂੰਹ ਖਾਣ ਜੋਗੇ ਨਹੀਂ ਹਨ, ਸਨਮੁਖ ਹੋਣ ਜੋਗੇ ਨਹੀਂ ਹਾਂ। ਨਮੋਸ਼ੀ ਤੇ ਹੋਏਗੀ, ਆਪਣਾ ਮਨ ਹੀ ਕਹੇਗਾ ਕਿ ਯਾਰ ਮੈਂ ਕੰਮ ਕਰਦਾ ਤੇ ਨਹੀਂ, ਗੁਰੂ ਜੀ ਤਾਂ ਮੈਨੂੰ ਇਹ ਕਹਿੰਦੇ ਨੇ ਤੇ ਮੈਂ ਕੁਝ ਹੋਰ ਕਰ ਰਿਹਾ, ਗੁਰੂ ਜੀ ਮੈਨੂੰ ਪਿਆਰ ਨਾਲ ਰਹਿਣ ਵਾਸਤੇ ਪ੍ਰੇਰ ਰਹੇ ਨੇ ਤੇ ਮੈਂ ਤੇ ਈਰਖਾ ਦਵੇਸ਼ ਕਰਨਾ, ਗੁਰੂ ਜੀ ਮੈਨੂੰ ਮਿੱਠੀ ਬਾਣੀ ਬੋਲਣ ਵਾਸਤੇ ਕਹਿੰਦੇ ਨੇ, ਮੇਰੀ ਤੇ ਸ਼ਬਦਾਵਲੀ ਬੜੀ ਕੌੜੀ ਹੈ, ਹੰਕਾਰ ਵਾਲੀ ਹੈ ਜਾਂ ਕੁਝ ਵੀ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋਣਾ ਚਾਹੁੰਦਾ ਹੈ ਨਾ, ਜਿਉਂ ਰਹੇ ਗੁਰੂ ਨਾਲੇ, ਉਹਨੂੰ ਜੀ ਕਰਕੇ ਮਨ ਕਰਕੇ ਗੁਰੂ ਦੇ ਨਾਲ ਰਹਿਣਾ ਚਾਹੀਦਾ ਦਿਲੋਂ।
ਸਿੱਖੀ ਨੂੰ ਅਪਣਾਉਣਾ ਹੈ, ਦਿਲੋਂ ਅਪਣਾਉਣਾ ਹੈ। ਗੁਰੂ ਦੀ ਵਿਚਾਰਧਾਰਾ ਹੈ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਕ, ਪਰਿਵਾਰਕ, ਵਿਵਹਾਰਕ ਤੌਰ ਤੇ ਦਿਲੋਂ ਗੁਰੂ ਦੀ ਫਿਲਾਸਫੀ ਨੂੰ ਅਪਣਾਉਣਾ ਹੈ, ਉਹ ਬੰਦਾ ਸਨਮੁਖ ਹੋਏਗਾ। ਹੁਣ ਆਪਣੇ ਸਮਾਜ ਵੱਲ ਝਾਤ ਮਾਰੀਏ, ਰਾਜਨੀਤੀ ਦੀ ਦੁਨੀਆ ਵਿੱਚ ਕਿੰਨੇ ਐਸੇ ਲੀਡਰ ਨੇ ਸਾਡੇ ਜਿਹੜੇ ਗੁਰੂ ਦੇ ਸਨਮੁਖ ਹੋਣ ਜੋਗੇ ਹੈ ਨੇ, ਉਹਨਾਂ ਨੂੰ ਪਤਾ ਹੈ, ਉਹਨਾਂ ਨੂੰ ਆਪਣਾ ਆਪਾ ਵਿਚਾਰਨਾ ਚਾਹੀਦਾ ਹੈ। ਅਸੀਂ ਸੋਸ਼ਲ ਲਾਈਫ ਜੀਣ ਵਾਲੀ ਸਮਾਜਿਕ ਜ਼ਿੰਦਗੀ ਸਾਡੀ ਗੁਰਮਤਿ ਆਸ਼ੇ ਅਨੁਸਾਰ ਹੈ ਜਾਂ ਨਹੀਂ, ਤਾਂ ਸਾਨੂੰ ਵਿਚਾਰਨਾ ਚਾਹੀਦਾ ਹੈ। ਧਾਰਮਿਕ ਜ਼ਿੰਦਗੀ ਵਿੱਚ ਕੀ ਅਸੀਂ ਗੁਰੂ ਦੀ ਵਿਚਾਰਧਾਰਾ ਨੂੰ ਪੂਰੀ ਕਰ ਰਹੇ ਹਾਂ, ਅਸੀਂ ਮੂੰਹ ਖਾਣ ਜੋਗੇ ਹੈ ਆ ਤਾਂ ਠੀਕ ਹੈ, ਜੇ ਨਹੀਂ ਤਾਂ ਸਾਨੂੰ ਦਿਲੋਂ ਇਹਨਾਂ ਚੀਜ਼ਾਂ ਨੂੰ ਅਪਣਾਉਣਾ ਚਾਹੀਦਾ ਹੈ। ਤੇ ਜੇ ਸਾਡੀ ਕੌਮ, ਜੇ ਅਸੀਂ ਕੇਵਲ ਸਿੱਖ ਕੌਮ ਦੀ ਗੱਲ ਹੀ ਕਰੀਏ, ਜੇ ਸਾਰੇ ਲੋਕ ਗੁਰੂ ਦੇ ਸਨਮੁਖ ਹੋਣ ਜੋਗੇ ਹੋ ਜਾਣ ਤਾਂ ਦੇਖੋ ਕਿੰਨੀ ਵੱਡੀ ਮਹਾਨ ਕੌਮ ਹੋ ਜਾਏਗੀ। ਫਿਰ ਕੈਸਾ ਸਾਡੀ ਕੌਮ ਦਾ ਮਤਲਬ ਨਕਸ਼ਾ ਹੋਏਗਾ। ਤੇ ਜੇ ਸਾਰੀ ਦੁਨੀਆ ਗੁਰੂ ਦੇ ਇਸ ਸੋਚ ਨੂੰ ਅਪਣਾ ਲਵੇ, ਰੱਬ ਦੇ ਸਨਮੁਖ ਹੋਣ ਜੋਗੀ ਹੋ ਜਾਏ ਮਨੁੱਖਤਾ, ਤਾਂ ਫਿਰ ਇਹ ਸੰਸਾਰ ਔਰ ਇਹ ਸਮਾਜ ਕੈਸਾ ਬਣ ਜਾਏਗਾ, ਉਹਦਾ ਤੇ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਬੰਦਾ ਕਿੰਨਾ ਮਹਾਨ ਹੋ ਜਾਏਗਾ, ਕਦੇ ਅਸੀਂ ਸੋਚ ਵੀ ਨਹੀਂ ਸਕਦੇ। ਇਸ ਲਈ ਗੁਰੂ ਜੀ ਕਹਿੰਦੇ ਹਨ, ਆਨੰਦ ਤਾਂ ਬਣੇਗਾ, ਖੁਸ਼ੀ ਤਾਂ ਹੋਏਗੀ ਜੇ ਬੰਦਾ ਗੁਰੂ ਦੇ ਸਨਮੁਖ ਹੋਣ ਜੋਗਾ ਹੋ ਜਾਵੇਗਾ। ਤੇ ਸਨਮੁਖ ਹੋਣ ਜੋਗਾ ਉਹ ਹੋਏਗਾ ਜੋ ਮਨ, ਬਚਨ ਔਰ ਕਰਮ ਦੇ ਨਾਲ ਸੱਚ ਨਾਲ ਜੁੜਿਆ ਹੈ। ਤੇ ਜਿਹੜਾ ਮਨ, ਬਚਨ ਔਰ ਕਰਮ ਦੇ ਨਾਲ ਸੱਚ ਨਾਲ ਜੁੜ ਗਿਆ, ਉਹਦੀ ਜ਼ਿੰਦਗੀ ਵਿੱਚ ਆਨੰਦ ਵੀ ਪੈਦਾ ਹੋਏਗਾ। ਗੁਰੂ ਜੀ ਕਹਿੰਦੇ ਹਨ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ। ਜਿਹੜਾ ਗੁਰੂ ਦੇ ਸਨਮੁਖ ਹੋਣਾ ਚਾਹੁੰਦਾ ਹੈ, ਜੋ ਆਨੰਦ ਵਾਲੀ ਜ਼ਿੰਦਗੀ ਜੀਣਾ ਚਾਹੁੰਦਾ ਹੈ, ਤਾਂ ਗੁਰ ਕੇ ਚਰਨ ਹਿਰਦੇ ਧਿਆਏ, ਜਿਹੜੇ ਗੁਰੂ ਦੇ ਚਰਨ ਨੇ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਏ। ਹਿਰਦੇ ਦਾ ਮਤਲਬ ਸਾਡੀ ਮੈਂਟੈਲਿਟੀ, ਹਿਰਦੇ ਦਾ ਮਤਲਬ ਸਾਡੀ ਸੋਚ। ਅੰਤਰ ਆਤਮੇ ਸਮਾਲੇ, ਯਾਨੀ ਸਾਡੇ ਸਬਕੌਂਸ਼ੀਅਸ ਦੇ ਅੰਦਰ ਗੁਰੂ ਦੀ ਪਾਵਨ ਬਾਣੀ ਹੋਵੇ, ਸਾਡੇ ਮਨ ਦੇ ਗਹਿਰੇ ਤਲ ਅੰਦਰ, ਸਾਡੀ ਸੋਚ ਦੇ ਗਹਿਰਾਈ ਤੱਕ ਗੁਰੂ ਦੇ ਸਿਧਾਂਤ ਹੋਣ, ਉਹਨਾਂ ਨੂੰ ਅਸੀਂ ਆਪਣੇ ਅੰਦਰ ਸੰਭਾਲਿਆ ਹੋਵੇ। ਮਨ ਦੀ ਗਹਿਰਾਈ ਵਿੱਚ, ਇਹ ਨਹੀਂ ਕਿ ਬੋਲਾਂ ਵਿੱਚ ਨਹੀਂ। ਗੱਲਾਂ ਤਾਂ ਮੈਂ ਵੀ ਕਰੀ ਜਾ ਰਿਹਾ, ਗੱਲ ਗੱਲਾਂ ਕਰਨ ਦੀ ਨਹੀਂ ਹੈ। ਜੋ ਮੈਂ ਵਿਚਾਰ ਆਪ ਦੇ ਨਾਲ ਸਾਂਝੇ ਕਰ ਰਿਹਾ, ਕਿ ਮੇਰੀ ਇਹ ਸੋਚ ਦੀ ਗਹਿਰਾਈ ਵਿੱਚ ਵੀ ਹੈ। ਜਿਹਦੀ ਸੋਚ ਦੀ ਗਹਿਰਾਈ ਵਿੱਚ ਇਹ ਚੀਜ਼ਾਂ ਹੋਣਗੀਆਂ, ਉਹਦੇ ਮਨ ਦੇ ਅੰਦਰ ਕਦੇ ਮਾੜਾ ਫੁਰਨਾ ਵੀ ਪੈਦਾ ਨਹੀਂ ਹੋਏਗਾ। ਇਸੇ ਨੂੰ ਕਹਿੰਦੇ ਨੇ ਅੰਤਰ ਆਤਮੇ ਸਮਾਲੇ। ਅੰਦਰ ਤੁਰ ਅੰਦਰ ਬੰਦਾ ਇਹਨਾਂ ਗੁਣਾਂ ਨੂੰ, ਪ੍ਰਭੂ ਦੇ ਚਰਨ ਦਾ ਮਤਲਬ ਰੱਬੀ ਜਿਹੜੇ ਗੁਣ ਨੇ, ਗੁਰੂ ਦੀ ਜੋ ਵਿਚਾਰਧਾਰਾ ਹੈ, ਉਹਨੂੰ ਬੰਦਾ ਆਪਣੇ ਅੰਦਰ ਸੰਭਾਲੇ, ਸੋਚ ਦੇ ਅੰਦਰ ਵਸਾਏ। ਉਹ ਬੰਦਾ ਗੁਰੂ ਦੇ ਸਨਮੁਖ ਹੋਣ ਜੋਗਾ ਹੈ, ਉਹ ਮੂੰਹ ਖਾਣ ਜੋਗਾ ਹੈ, ਉਹ ਗੁਰੂ ਦੇ ਸਾਹਮਣੇ ਸੁਰਖਰੂ ਹੈ। ਉਹਦੇ ਜੀਵਨ ਦੀ ਜਦੋਂ ਪ੍ਰੀਖਿਆ ਹੋਏਗੀ, ਉਹਦੇ ਤੇ ਉਹ ਬੰਦਾ ਪੂਰਾ ਉਤਰੇਗਾ। ਹੁਣ ਦੇਖੋ, ਜੇ ਪ੍ਰੀਖਿਆ ਹੁੰਦੀ ਹੈ, ਬਾਬਾ ਸ੍ਰੀ ਚੰਦ ਜੀ ਨਹੀਂ ਪੂਰੇ ਉਤਰਦੇ ਤਾਂ ਨਹੀਂ ਉਤਰ ਰਹੇ, ਤਾਂ ਨਹੀਂ ਉਤਰ ਰਹੇ। ਪਰ ਜਿਨ੍ਹਾਂ ਨੇ ਅੰਤਰ ਆਤਮੇ ਸੰਭਾਲਿਆ ਹੈ, ਭਾਈ ਲਹਿਣਾ ਜੀ ਪੂਰਾ ਉਤਰ ਰਹੇ ਨੇ। ਦਾਤੂ ਤੇ ਦਾਸੂ ਪੂਰੇ ਨਹੀਂ ਉਤਰੇ ਗੁਰੂ ਦੀ ਕਸਵੱਟੀ ਤੇ। ਦੇਖਦੇ ਹਾਂ, ਭਾਈ ਬਾਬਾ ਪ੍ਰਿਥੀਆ ਹੈ ਤਾਂ ਉਹ ਕਸਵੱਟੀ ਤੇ ਪੂਰੇ ਨਹੀਂ ਉਤਰੇ, ਗੁਰੂ ਸਾਹਮਣੇ ਸੁਰਖਰੂ ਨਹੀਂ ਹੈ। ਗੁਰੂ ਅਰਜਨ ਦੇਵ ਜੀ ਪੂਰੇ ਉਤਰ ਰਹੇ ਨੇ। ਗੱਲ ਤਾਂ ਪੂਰੇ ਉਤਰਨ ਦੀ ਹੈ। ਜਿਨ੍ਹਾਂ ਨੇ ਅੰਤਰ ਆਤਮੇ ਸੰਭਾਲਿਆ ਹੈ ਨਾ, ਉਹਨਾਂ ਦੀ ਜਦੋਂ ਪ੍ਰੀਖਿਆ ਹੁੰਦੀ ਹੈ, ਬਾਹਰੀ ਤੌਰ ਤੇ ਵੀ ਉਹ ਪੂਰੇ ਉਤਰਦੇ ਨੇ, ਅੰਦਰਲੇ ਤੌਰ ਤੇ ਵੀ ਪੂਰੇ ਉਤਰਦੇ ਨੇ, ਬਚਨਾਂ ਦੇ ਤੌਰ ਤੇ ਉਹਨਾਂ ਦੇ ਜਿਹੜੀ ਹੈ ਬਾਣੀ ਦੇ ਨਾਲ ਉਹ ਜੁੜੇ ਹੁੰਦੇ ਨੇ। ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੇ ਸੰਭਾਲੇ। ਅੰਦਰ ਆਤਮੇ ਸੰਭਾਲੇ ਗੁਰੂ ਦੇ ਸਿਧਾਂਤਾਂ ਨੂੰ। ਤੇ ਨਾਲ ਕੀ ਕਹਿੰਦੇ ਨੇ, ਆਪ ਛੱਡ ਸਦਾ ਰਹਿ ਪਰਣੈ। ਪਰਣੈ ਦਾ ਮਤਲਬ ਹੈ ਆਸਰੇ। ਆਪ ਛੱਡ ਸਦਾ ਰਹਿ ਪਰਣੈ, ਗੁਰਬਿਨ ਅਵਰ ਨਾ ਜਾਣੈ ਕੋਈ। ਆਪ ਛੱਡ ਦਾ ਮਤਲਬ ਆਪਣੀ ਈਗੋ ਨੂੰ ਛੱਡ ਕੇ, ਆਪਣੇ ਹੰਕਾਰ ਨੂੰ ਛੱਡ ਕੇ, ਆਪਣੀ ਮੱਤ ਨੂੰ ਛੱਡ ਕੇ
ਸਦਾ ਰਹਿ ਪਰਣੇ ਗੁਰੂ ਦੇ ਆਸਰੇ ਰਹੇ, ਯਾਨੀ ਗੁਰੂ ਦੀ ਮੱਤ ਦੇ ਆਸਰੇ ਜੀਵੇ, ਗਿਆਨ ਦੇ ਆਸਰੇ ਜ਼ਿੰਦਗੀ ਜੀਵੇ। ਜੋ ਗੁਰੂ ਨੇ ਸਿਫਤ ਸਲਾਹ ਦੀ ਬਾਣੀ ਉਚਾਰਨ ਕੀਤੀ ਹੈ, ਉਸ ਵਿਚਾਰਧਾਰਾ ਨੂੰ ਸਮਰਪਿਤ ਹੋ ਜਾਏ। ਗੁਰਬਿਨ ਅਵਰ ਨਾ ਜਾਣੈ ਕੋਈ, ਤੇ ਗੁਰੂ ਤੋਂ ਬਿਨਾ ਹੋਰ ਕਿਸੇ ਨੂੰ ਇਹ ਹੱਕ ਨਾ ਦੇਵੇ। ਗੁਰੂ ਤੋਂ ਬਿਨਾ ਹੋਰ ਕਿਸੇ ਨੂੰ ਨਾ ਜਾਣੇ, ਹੋਰ ਕਿਸੇ ਦੀ ਸਲਾਹ ਨਾ ਲਵੇ, ਗੁਰੂ ਤੋਂ ਬਿਨਾ ਹੋਰ ਕਿਸੇ ਨੂੰ ਫੋਲੋ ਨਾ ਕਰੇ। ਜ਼ਰੂਰਤ ਹੈ ਸਿੱਖ ਨੂੰ ਵਿਸ਼ਵਾਸ ਬਣਾਉਣ ਦੀ, ਜਿਨ ਕੈ ਮਨ ਸਾਚਾ ਵਿਸ਼ਵਾਸ, ਪੇਖ ਪੇਖ ਸੁਆਮੀ ਕੀ ਸ਼ੋਭਾ, ਆਨੰਦ ਸਦਾ ਉਲਾਸ। ਹੁਣ ਗੁਰਬਿਨ ਅਵਰ ਨਾ ਜਾਣੇ ਕੋਈ, ਚਾਹੀਦਾ ਤੇ ਇਹ ਸੀ ਕਿ ਸਿੱਖ ਆਪਣੇ ਜੀਵਨ ਦਾ ਕੋਈ ਵੀ ਫੈਸਲਾ ਲੈਣਾ ਹੁੰਦਾ ਤਾਂ ਗਿਆਨ ਦੇ ਆਸਰੇ ਲੈਂਦਾ, ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ। ਗੁਰਬਾਣੀ ਯੂਨੀਵਰਸਲ ਟਰੁੱਥ ਹੈ, ਗੁਰਬਾਣੀ ਨੂੰ ਬੇਸ ਬਣਾ ਕੇ ਫੈਸਲਾ ਲੈਂਦਾ। ਚਾਹੇ ਉਹ ਰਾਜਨੀਤਿਕ ਜ਼ਿੰਦਗੀ ਹੈ ਤਾਂ ਤਖਤ ਰਾਜਾ ਸੋ ਬਹਿ ਜੇ ਤਖਤ ਤੇ ਲਾਇਕ ਹੋਈ, ਬ੍ਰਹਮੰਡੀ ਸੋਚ ਨੂੰ ਅਪਣਾਉਂਦਾ ਤਾਂ ਗੁਰੂ ਦੇ ਸਨਮੁਖ ਹੋਣ ਜੋਗਾ ਉਹ ਰਹਿੰਦਾ। ਲੇਕਿਨ ਜੇ ਉਹ ਵਿਚਾਰ ਲੈ ਰਿਹਾ ਹੈ ਕਿਸੇ ਜੋਤਸ਼ੀ ਤੋਂ, ਕਿੰਨੇ ਨੇ ਨਾ ਹੁਣ ਵੱਡੇ ਵੱਡੇ ਰਾਜਨੀਤਿਕ ਲੋਕ ਜਿਨ੍ਹਾਂ ਨੇ ਆਪਣੇ ਹੀ ਜੋਤਸ਼ੀ ਰੱਖੇ ਹੋਏ ਨੇ, ਉਹ ਜੋਤਸ਼ੀ ਅਖਬਾਰਾਂ ਦੇ ਵਿੱਚ ਦੇ ਰਹੇ ਹੁੰਦੇ ਨੇ ਆਪਣੇ ਬਿਆਨ ਕਿ ਐਤਕੀ ਫਲਾਣੀ ਪਾਰਟੀ ਜਿੱਤੇਗੀ, ਲੇਕਿਨ ਜਿੱਤ ਕੋਈ ਹੋਰ ਜਾਂਦੀ ਹੈ। ਹੁਣ ਕਿਹਦੇ ਤੋਂ ਲੈ ਰਹੇ ਨੇ ਉਹ ਆਗਿਆ, ਕਿਹਦਾ ਆਸਰਾ ਲੈ ਰਹੇ ਨੇ? ਜੋਤਸ਼ੀ ਦਾ। ਕੋਈ ਕਿਸੇ ਬਾਬੇ ਦੇ ਕੋਲ ਜਾ ਕੇ ਮੱਥਾ ਟੇਕ ਰਿਹਾ ਹੈ ਤਾਂ ਉਹ ਆਸਰਾ ਕਿਹਦਾ ਲੈ ਰਿਹਾ ਹੈ? ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਹੀ ਜਾਣ ਰਿਹਾ ਨਾ, ਕਿ ਮੈਂ ਤੇ ਫਲਾਣੇ ਬਾਬੇ ਤੋਂ ਅਗਵਾਈ ਲੈਣੀ, ਫਲਾਂ ਬਾਬੇ ਦੀ ਕਿਰਪਾ ਨਾਲ ਸਾਡੇ ਜੀ ਆਪੋ ਉਤਰੇ ਹੋਏ ਨੇ, ਫਲਾਂ ਬਾਬੇ ਦੀ ਕਿਰਪਾ ਦੇ ਨਾਲ ਸਾਨੂੰ ਆਕਾਰ ਮਿਲੀ ਹੈ, ਫਲਾਣੇ ਜੋਤਸ਼ੀ ਨੇ ਦੱਸਿਆ ਸੀ ਤੇ ਲਾਟਰੀ ਨਿਕਲੀ ਹੈ। ਆਸਰਾ ਕਿਹਦਾ ਲੈ ਰਹੇ ਨੇ? ਕਿਸੇ ਦਾ ਨਾ, ਗੁਰੂ ਤੋਂ ਬਿਨਾਂ। ਤਾਂ ਜਿਹੜਾ ਆਸਰਾ ਗੁਰੂ ਤੋਂ ਬਿਨਾਂ ਕਿਸੇ ਹੋਰ ਦਾ ਲੈ ਰਿਹਾ, ਉਹ ਗੁਰੂ ਦੇ ਅੱਗੇ ਜਾ ਕੇ ਸੁਰਖਰੂ ਕਿਵੇਂ ਹੋਏਗਾ? ਗੁਰੂ ਦੇ ਅੱਗੇ ਸੁਰਖਰੂ ਤਾਂ ਨਹੀਂ ਹੋ ਸਕਦਾ। ਤਾਂ ਗੁਰੂ ਜੀ ਕਹਿੰਦੇ ਨੇ ਆਪਣੀ ਮੱਤ ਨੂੰ ਛੱਡ ਕੇ ਜੋ ਗੁਰੂ ਦੀ ਮੱਤ ਦਾ ਧਾਰਨੀ ਬਣ ਜਾਂਦਾ ਹੈ, ਉਹ ਇਨਸਾਨ ਸਨਮੁਖ ਹੋਣ ਜੋਗਾ ਹੈ। ਉਸ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਆਨੰਦ ਪੈਦਾ ਹੋ ਸਕਦਾ ਹੈ। ਉਹ ਇਨਸਾਨ ਰੱਬ ਦੇ ਵਿੱਚ ਮਿਲ ਕੇ ਰੱਬ ਵਰਗਾ ਹੋ ਸਕਦਾ ਹੈ। ਇਹ ਪੋਸੀਬਿਲਿਟੀ ਸਾਡੇ ਸਾਰਿਆਂ ਦੇ ਵਿੱਚ ਹੈ। ਮਨ ਬਚਨ ਕਰਮ ਕਰਕੇ ਅਸੀਂ ਸੱਚ ਨੂੰ ਅਪਣਾ ਸਕਦੇ ਹਾਂ। ਜਿੰਨੇ ਵੀ ਕਰਮ ਕਾਂਡ ਨੇ ਉਹਨਾਂ ਨੂੰ ਛੱਡ ਸਕਦੇ ਹਾਂ। ਜਿਹੜੇ ਅਸੀਂ ਆਪਣੇ ਰਿਸ਼ਤੇ ਨਾਤੇ ਨੇ, ਇਹਨਾਂ ਦਾ ਬੇਸ ਅਸੀਂ ਸੱਚ ਨੂੰ ਬਣਾ ਸਕਦੇ ਹਾਂ। ਰਾਜਨੀਤਿਕ ਸਮੱਸਿਆਵਾਂ ਸਾਡੀਆਂ ਸੋਲਵ ਹੋ ਸਕਦੀਆਂ ਨੇ, ਸਮਾਜਿਕ ਜ਼ਿੰਦਗੀ ਸਾਡੀ ਸਵਰਗ ਹੋ ਸਕਦੀ ਹੈ, ਪਰਿਵਾਰਕ ਜ਼ਿੰਦਗੀ ਸਵਰਗ ਹੋ ਸਕਦੀ ਹੈ। ਅਸੀਂ ਆਪ ਰੱਬ ਵਰਗੇ ਹੋ ਸਕਦੇ ਹਾਂ ਜੇ ਅਸੀਂ ਚਾਹੀਏ, ਜੇ ਅਸੀਂ ਇਧਰ ਟਰਾਈ ਕਰੀਏ, ਯਤਨ ਕਰੀਏ। ਪਰ ਪ੍ਰੋਬਲਮ ਇਹ ਹੈ ਕਿ ਗੁਰਬਾਣੀ ਅਨੁਸਾਰ ਸਾਰੇ ਲੋਕ ਜੀਣਾ ਹੀ ਨਹੀਂ ਚਾਹੁੰਦੇ। ਅਖੀਰ ਗੱਲ ਕਿੱਥੇ ਹੁੰਦੀ ਹੈ? ਗੱਲਾਂ ਤੇ ਜੀ ਠੀਕ ਨੇ, ਐਸਾ ਅਸੀਂ ਹੋ ਸਕਦੇ ਹਾਂ, ਕਰ ਸਕਦੇ ਹਾਂ, ਪਰ ਸਮਾਜ ਨਹੀਂ ਰਾਜੀ ਰਹਿੰਦਾ। ਮੇਰੇ ਨਾਨਕੇ ਨਹੀਂ ਮੰਨਦੇ, ਕੋਈ ਆਂਦਾ ਮੇਰੇ ਦਾਦਕੇ ਨਹੀਂ ਮੰਨਦੇ, ਕਿਸੇ ਦੇ ਸਹੁਰੇ ਨਹੀਂ ਮੰਨਦੇ, ਕਿਸੇ ਦੇ ਯਾਰ ਦੋਸਤ ਨਾਰਾਜ਼ ਹੁੰਦੇ ਨੇ, ਕਿਸੇ ਦੀ ਮਾਸੀ ਤੇ ਕਿਸੇ ਦੀ ਭੂਆ ਤੇ ਕਿਸੇ ਦੇ ਮਾਮੇ ਨਾਰਾਜ਼ ਹੁੰਦੇ ਨੇ। ਹੁਣ ਖੁਸ਼ ਤੇ ਇੱਕ ਨਹੀਂ ਰਹਿਣਾ ਨਾ। ਜੇ ਲੋਕ ਲਾਜ ਹੈ ਤਾਂ ਫਿਰ ਲੋਕ ਲਾਜ ਰਹੇਗੀ, ਤੇ ਜੇ ਗੁਰੂ ਨੂੰ ਪ੍ਰਸੰਨ ਕਰਨਾ ਹੈ, ਸੱਚ ਨੂੰ ਪ੍ਰਸੰਨ ਕਰਨਾ ਹੈ, ਤੇ ਫਿਰ ਸਾਨੂੰ ਸੱਚ ਦੇ ਨਾਲ ਜੁੜਨਾ ਹੋਵੇਗਾ। ਆਪ ਛੱਡ ਸਦਾ ਰਹਿ ਪਰਨੈ, ਗੁਰਬਿਨ ਅਵਰ ਨਾ ਜਾਣੈ ਕੋਏ, ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਗੁਰੂ ਜੀ ਕਹਿੰਦੇ ਨੇ, ਹੇ ਪਿਆਰਿਓ, ਹੇ ਗੁਰੂ ਸਿੱਖੋ, ਸਰਵਣ ਕਰੋ ਕਿ ਉਹ ਜਿਹੜਾ ਸਿੱਖ ਹੈ ਉਹ ਗੁਰੂ ਦੇ ਸਨਮੁਖ ਹੋ ਸਕਦਾ ਹੈ। ਐਸਾ ਸਿੱਖ ਗੁਰੂ ਅੱਗੇ ਸੁਰਖਰੂ ਹੁੰਦਾ ਹੈ। ਉਹ ਖਿੜੇ ਮੱਥੇ ਪ੍ਰਵਾਨ ਗੁਰੂ ਦੇ ਪਾਵਨ ਚਰਨਾਂ ਵਿੱਚ ਹੁੰਦਾ ਹੈ, ਗੁਰੂ ਦੀ ਰਹਿਮਤ ਪਾਉਂਦਾ ਹੈ, ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਦਾ ਹੈ, ਗੁਰੂ ਤੋਂ ਉਹਨੂੰ ਆਦਰ ਸਤਿਕਾਰ ਮਿਲਦਾ ਹੈ, ਸਾਰੇ ਜਗਤ ਵਿੱਚ ਉਹਨੂੰ ਮਾਣ ਆਦਰ ਮਿਲਦਾ ਹੈ, ਕਿਉਂਕਿ ਉਹ ਸੁਰਖਰੂ ਹੈ। ਮਨ ਕਰਕੇ ਵੀ ਉਹ ਠੀਕ ਹੈ, ਸੋਚ ਉਹਦੀ, ਬੋਲ ਵੀ ਉਹਨੇ ਕੋਈ ਝੂਠੇ ਨਹੀਂ ਬੋਲੇ, ਕਰਮ ਉਹਨੇ ਕੋਈ ਮਾੜਾ ਨਹੀਂ ਕੀਤਾ। ਉਹ ਜਿੱਥੇ ਵੀ ਜਾਏਗਾ ਉੱਥੇ ਸੁਹੇਲਾ ਹੈ, ਜਹ ਜਾਈਏ ਤਾਂ ਸੁਹੇਲੇ, ਉੱਥੇ ਹੀ ਖੁਸ਼ ਹੈ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਜਿੱਥੇ ਵੀ ਉਹ ਜਾਏਗਾ ਉਹਦੀ ਉਸਤਤ ਹੋਏਗੀ, ਉਹ ਬੰਦਾ ਸੁਰਖਰੂ ਹੋਏਗਾ। ਤਾਂ
ਉਸ ਬੰਦੇ ਦੀ ਜ਼ਿੰਦਗੀ ਦੇ ਅੰਦਰ ਆਨੰਦ ਪੈਦਾ ਹੋ ਸਕਦਾ ਹੈ। ਤਾਂ 21ਵੀਂ ਪੌੜੀ ਚੋਂ ਜੋ ਆਨੰਦ ਵਾਸਤੇ ਸਾਨੂੰ ਜੀਵਨ ਜੁਗਤ ਮਿਲਦੀ ਹੈ ਉਹ ਇਹੀ ਹੈ ਕਿ ਅਸੀਂ ਗੁਰੂ ਦੇ ਸਾਹਮਣੇ ਸੁਰਖਰੂ ਹੋਣਾ ਹੈ, ਸਨਮੁਖ ਹੋਣ ਜੋਗੇ ਹੋਣਾ ਹੈ। ਜੇ ਹੁਣ ਤੱਕ ਨਹੀਂ ਵੀ ਸੀ, ਜੇ ਕੁਝ ਗਲਤੀਆਂ ਭੁੱਲਾਂ ਹੋਈਆਂ ਨੇ ਜਾਣ ਬੁੱਝ ਕੇ ਜਾਂ ਅਣਜਾਣਪੁਣੇ ਵਿੱਚ, ਤੇ ਜੇ ਹੁਣ ਸਾਨੂੰ ਸਮਝ ਲੱਗੀ ਹੈ ਤਾਂ ਸਾਨੂੰ ਉਹ ਚੀਜ਼ਾਂ ਛੱਡ ਦੇਣੀਆਂ ਚਾਹੀਦੀਆਂ ਨੇ। ਸਾਨੂੰ ਟਰਾਈ ਕਰਨੀ ਚਾਹੀਦੀ ਹੈ ਅਸੀਂ ਗੁਰੂ ਦੇ ਸਨਮੁਖ ਹੋ ਸਕੀਏ, ਗੁਰੂ ਅੱਗੇ ਸੁਰਖਰੂ ਹੋ ਸਕੀਏ, ਕਿਉਂਕਿ ਅਸੀਂ ਕਿਸੇ ਤੇ ਅਹਿਸਾਨ ਥੋੜਾ ਕਰਨਾ ਹੈ। ਗੁਰੂ ਜੀ ਨੇ ਸਾਡੇ ਵਾਸਤੇ ਕਿੰਨਾ ਕੁਛ ਕੀਤਾ ਹੈ। ਤੱਤੀਆਂ ਤਵੀਆਂ ਤੇ ਬੈਠੇ ਨੇ, ਆਪਣਾ ਸ਼ੀਸ਼ ਕਲਮ ਕਰਾਇਆ ਹੈ, ਸ਼ਹੀਦੀਆਂ ਪਾਈਆਂ ਨੇ, ਸਾਰਾ ਸਰਬੰਸ ਸਵਾਰਿਆ ਹੈ। ਸਾਡੇ ਵਾਸਤੇ ਆਪਣੇ ਮਾਸੂਮ ਬੱਚੇ ਵੀ ਨੀਹਾਂ ਵਿੱਚ ਚਿਣਾਏ ਨੇ। ਉਸ ਤੋਂ ਬਾਅਦ ਗੁਰੂ ਕੇ ਸਿੱਖਾਂ ਨੇ ਕਿੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ, ਤੇ ਅਸੀਂ ਕੋਈ ਹਸਾਨ ਥੋੜਾ ਕਰਨਾ ਕਿਸੇ ਤੇ। ਜੀਵਨ ਸਾਡੇ ਵਿੱਚ ਆਨੰਦ ਪੈਦਾ ਹੋਣਾ ਹੈ, ਗੁਰੂ ਦੀ ਰਹਿਮਤ ਸਾਡੇ ਤੇ ਹੋਣੀ ਹੈ, ਖੁਸ਼ੀ ਔਰ ਆਨੰਦ ਸਾਡੇ ਪਰਿਵਾਰ ਵਿੱਚ, ਸਾਡੇ ਜੀਵਨ ਵਿੱਚ ਪੈਦਾ ਹੋਣਾ ਹੈ। ਇਸ ਲਈ ਸਾਨੂੰ ਹੀ ਇਹ ਕੰਮ ਕਰਨਾ ਪਵੇਗਾ, ਤੇ ਇਹ ਉਹਦੇ ਵਾਸਤੇ ਹੈ ਜਿਹੜਾ ਸਨਮੁਖ ਹੋਣਾ ਚਾਹੁੰਦਾ ਹੈ, ਜਿਹੜਾ ਆਨੰਦ ਪਾਣਾ ਚਾਹੁੰਦਾ ਹੈ, ਉਹਦੇ ਵਾਸਤੇ ਇਹ ਆਪਸ਼ਨ ਹੈ। ਤੇ ਜਿਹੜਾ ਬੰਦਾ ਆਨੰਦ ਨਹੀਂ ਪਾਣਾ ਚਾਹੁੰਦਾ, ਸਨਮੁਖ ਨਹੀਂ ਹੋਣਾ ਚਾਹੁੰਦਾ, ਉਹਦੇ ਕੋਲ ਆਪਣਾ ਆਪਸ਼ਨ ਹੈ ਹੀ ਹੈ, ਉਹ ਆਪਣੇ ਆਪਸ਼ਨ ਨਾਲ ਜ਼ਿੰਦਗੀ ਜੀ ਰਿਹਾ ਹੈ। ਲੇਕਿਨ ਸਾਡੀ ਜ਼ਿੰਦਗੀ ਸੰਵਰ ਸਕਦੀ ਹੈ, ਸਾਡੇ ਪਰਿਵਾਰ ਸੰਵਰ ਸਕਦੇ ਨੇ, ਸਾਡਾ ਇਹ ਸੰਸਾਰ ਸਵਰਗ ਹੋ ਸਕਦਾ ਹੈ। ਤਾਂ ਸਾਨੂੰ ਇਸ ਪਾਸੇ ਆਉਣਾ ਚਾਹੀਦਾ ਹੈ, ਗੁਰੂ ਅੱਗੇ ਸਨਮੁਖ ਹੋਣਾ ਚਾਹੀਦਾ ਹੈ। ਅਗਲਾ ਬਚਨ, ਜੇ ਗੁਰੂ ਅੱਗੇ ਕੋਈ ਸਨਮੁਖ ਨਹੀਂ ਹੁੰਦਾ, ਜੇ ਐਸੀ ਜ਼ਿੰਦਗੀ ਬੰਦਾ ਨਹੀਂ ਜੀਂਦਾ, ਜੇ ਗੁਰੂ ਤੋਂ ਬੇਮੁਖ ਰਹਿੰਦਾ ਹੈ, ਤਾਂ ਫਿਰ ਕੀ ਹੋਏਗਾ। ਹੁਣ ਗੁਰੂ ਜੀ ਅਗਲਾ ਬਚਨ ਕਰਦੇ ਨੇ, ਜੇ ਕੋ ਗੁਰ ਤੇ ਵੇਮੁਖ ਹੋਵੇ। ਜੇ ਗੁਰੂ ਤੋਂ ਕੋਈ ਬੇਮੁਖ ਹੋ ਜਾਂਦਾ ਹੈ, ਬੇਮੁਖ ਦਾ ਮਤਲਬ ਗੁਰੂ ਦੀ ਵਿਚਾਰਧਾਰਾ ਦੀ ਪਾਲਣਾ ਨਹੀਂ ਕਰਦਾ, ਜੇ ਕੋਈ ਗੁਰੂ ਦੇ ਦੱਸੇ ਰਾਹ ਤੇ ਨਹੀਂ ਤੁਰਦਾ, ਜੇ ਕਿਸੇ ਦੀ ਸੋਚ ਗੁਰੂ ਦੀ ਸੋਚ ਦੇ ਨਾਲ ਨਹੀਂ ਮਿਲਦੀ, ਜੇ ਕੋਈ ਬੋਲ ਗੁਰੂ ਵਾਲੇ ਨਹੀਂ ਬੋਲਦਾ ਜੋ ਗੁਰੂ ਜੀ ਸਾਨੂੰ ਬੋਲਣ ਲਈ ਕਹਿੰਦੇ ਨੇ, ਜੇ ਕਿਸੇ ਦੇ ਕਰਮ, ਕਿਸੇ ਦਾ ਬਿਹੇਵੀਅਰ, ਕਿਸੇ ਦਾ ਮਿਲਵਰਤਨ ਉਹ ਨਹੀਂ ਜਿਹੋ ਜਿਹਾ ਮਿਲਵਰਤਨ ਗੁਰੂ ਜੀ ਚਾਹੁੰਦੇ ਨੇ, ਯਾਨੀ ਜੋ ਮਨ, ਬਚਨ ਔਰ ਕਰਮ ਕਰਕੇ ਗੁਰਬਾਣੀ ਮੁਤਾਬਕ ਜ਼ਿੰਦਗੀ ਨਹੀਂ ਜੀ ਰਿਹਾ, ਜੋ ਗੁਰਮਤ ਆਸ਼ੇ ਨੂੰ ਫੋਲੋ ਨਹੀਂ ਕਰ ਰਿਹਾ, ਜਿਸ ਮਨੁੱਖ ਦੀ ਜ਼ਿੰਦਗੀ ਗੁਰਮਤ ਅਨੁਸਾਰ ਨਹੀਂ ਹੈ, ਜੋ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰਿਆ ਨਹੀਂ ਕਰਦਾ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਬਿਨ ਸਤਿਗੁਰ ਮੁਕਤ ਨਾ ਪਾਵੈ। ਉਹ ਬੰਦਾ ਮੁਕਤੀ ਨਹੀਂ ਪਾ ਸਕਦਾ, ਵਿਕਾਰਾਂ ਤੋਂ ਮੁਕਤ ਨਹੀਂ ਹੋਏਗਾ। ਹੁਣ ਮੁਕਤੀ ਮਰਨ ਤੋਂ ਬਾਅਦ ਦੀ ਨਹੀਂ ਹੈ, ਐਸੀ ਦੁਨੀਆ ਵਿੱਚ ਦੇਖੋ ਅਸੀਂ ਮੁਕਤ ਕਿਹੜੀ ਚੀਜ਼ ਤੋਂ ਹੋਣਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ ਤੇਰ, ਭਰੂਣ ਹੱਤਿਆ, ਦਾਜ ਦਹੇਜ, ਜਾਤੀਵਾਦ, ਲੜਾਈ ਦੰਗੇ ਫਸਾਦ, ਈਰਖਾ ਦਵੇਸ਼, ਇਹ ਸਾਰੇ ਬੰਧਨ ਨੇ ਨਾ। ਚਿੰਤਾ, ਫਿਕਰ, ਡਿਪਰੈਸ਼ਨ, ਬੰਦਾ ਇਹਨਾਂ ਦੇ ਵਿੱਚ ਜਕੜਿਆ ਹੋਇਆ ਹੈ, ਤੇ ਇਹਨਾਂ ਤੋਂ ਅਸੀਂ ਮੁਕਤ ਹੋਣਾ ਹੈ। ਜਦੋਂ ਇਹਨਾਂ ਚੀਜ਼ਾਂ ਤੋਂ ਮੁਕਤ ਹੋਏਗਾ ਤਾਂ ਬੰਦੇ ਦੇ ਜੀਵਨ ਵਿੱਚ ਖੁਸ਼ੀ ਪੈਦਾ ਹੋਈ, ਤੇ ਜੇ ਬੰਦਾ ਇਹਨਾਂ ਚੀਜ਼ਾਂ ਵਿੱਚ ਜਕੜਿਆ ਹੋਇਆ ਹੈ, ਇਹਨਾਂ ਦੇ ਵਿੱਚ ਬੱਝਾ ਹੋਇਆ ਹੈ, ਤਾਂ ਖੁਸ਼ੀ ਪੈਦਾ ਨਹੀਂ ਹੋਣ ਲੱਗੀ। ਜਿਵੇਂ ਮੈਂ ਪਹਿਲਾਂ ਆਪ ਨਾਲ ਬੇਨਤੀ ਕੀਤੀ ਸੀ ਨਾ, ਇੱਕ ਨਿੱਕਾ ਜਿਹਾ ਬੀਜ ਬੋੜ ਦਾ, ਉਹਦੇ ਵਿੱਚ ਬਹੁਤ ਵੱਡਾ ਬੋੜ ਛਿਪਿਆ ਹੋਇਆ ਹੈ, ਪਰ ਜੇ ਉਹ ਬੋੜ ਦਾ ਬੀਜ ਧਰਤੀ ਵਿੱਚ ਨਾ ਗਿਰੇ, ਮਿੱਟੀ ਵਿੱਚ ਨਾ ਮਿਲਾਏ ਆਪਣੇ ਆਪ ਨੂੰ, ਉਹ ਫਟੇ ਨਾ, ਉਹਦੇ ਚੋਂ ਅੰਕੁਰ ਨਹੀਂ ਫੁੱਟਣਗੇ, ਤੇ ਉਹ ਵੱਡਾ ਬੋੜ ਦਾ ਬੀਜ ਨਹੀਂ ਬਣ ਸਕਦਾ, ਬੀਜ ਜਿਹੜਾ ਹੈ ਬੋੜ ਨਹੀਂ ਬਣ ਸਕਦਾ। ਪਰ ਜਦੋਂ ਉਹ ਬੀਜ ਮਿੱਟੀ ਵਿੱਚ ਗਿਰਦਾ ਹੈ, ਉਹ ਖੋਲ ਨੂੰ ਫਾੜਦਾ ਹੈ, ਤੇ ਖੋਲ ਚੋਂ ਫਟ ਕੇ ਬਾਹਰ ਆਉਂਦਾ ਹੈ ਨਾ, ਇੱਕ ਅੰਕੁਰ ਥੱਲੇ ਨੂੰ ਵੱਧਦਾ ਹੈ, ਇੱਕ ਉੱਤੇ ਨੂੰ, ਥੱਲੇ ਵਾਲਾ ਅੰਕੁਰ ਜੜ੍ਹਾਂ ਬਣ ਜਾਂਦਾ ਹੈ, ਉਤਲਾ ਅੰਕੁਰ ਤਣਾ, ਟਹਿਣੀਆਂ ਔਰ ਫੁੱਲ ਫਲ ਬਣ ਕੇ ਕਿੱਡਾ ਵੱਡਾ ਬੋੜ ਬਣ ਜਾਂਦਾ ਹੈ, ਔਰ ਫਿਰ ਹਜ਼ਾਰਾਂ ਨਹੀਂ, ਆਪਣੇ ਵਰਗੇ ਲੱਖਾਂ ਬੀਜ ਪੈਦਾ ਕਰਨ ਦੀ ਸਮਰੱਥਾ ਵਾਲਾ ਹੋ ਜਾਂਦਾ। ਪਰ ਉਹ ਖੋਲ ਦੇ ਵਿੱਚੋਂ ਬਾਹਰ ਆਏਗਾ ਤਾਂ ਹੀ ਹੈ ਨਾ, ਜੇ ਖੋਲ ਦੇ ਬੰਧਨ ਵਿੱਚ ਹੈ ਤਾਂ ਉਹ ਬੀਜ ਬੋੜ ਨਹੀਂ ਬਣ ਸਕਦਾ। ਇਸੇ ਤਰ੍ਹਾਂ ਸਾਡੀ ਸੋਚ ਵੀ ਖੋਲ ਦੇ ਬੰਧਨ ਵਿੱਚ ਹੈ, ਅਸੀਂ ਖੋਲਾਂ ਦੇ ਵਿੱਚ ਜਕੜੇ ਹੋਏ ਹਾਂ,
ਜੇ ਅਸੀਂ ਆਪਣੇ ਇਹਨਾਂ ਖੋਲਾਂ ਨੂੰ ਤੋੜ ਦਈਏ ਤਾਂ ਅਸੀਂ ਰੱਬ ਹੋ ਸਕਦੇ ਹਾਂ, ਸਾਡੇ ਵਿੱਚੋਂ ਰੱਬ ਪ੍ਰਗਟ ਹੋ ਸਕਦਾ ਹੈ। ਈਰਖਾ, ਦਵੈਸ਼, ਹੰਕਾਰ, ਮੇਰ ਤੇਰਾ, ਜਿੰਨੇ ਮੈਂ ਵਿਕਾਰ ਗਿਣੇ ਨੇ, ਇਹ ਸਾਰੇ ਖੋਲ ਤੇ ਹੈ ਨੇ, ਇਹਨਾਂ ਨੂੰ ਤੋੜ ਦੋ। ਈਰਖਾ ਦਵੈਸ਼ ਨੂੰ ਤੋੜ ਦੋ, ਅੰਦਰੋਂ ਪ੍ਰੇਮ ਪ੍ਰਗਟ ਹੋ ਜਾਏਗਾ। ਝੂਠ ਨੂੰ ਤੋੜ ਦੋ, ਸੱਚ ਪ੍ਰਗਟ ਹੋ ਜਾਏਗਾ। ਇਹ ਸਾਰੇ ਵਿਕਾਰਾਂ ਨੂੰ ਤੋੜ ਕੇ ਲਾਂਭੇ ਕਰ ਦੋ, ਅੰਦਰੋਂ ਰੱਬ ਪ੍ਰਗਟ ਹੋ ਜਾਏਗਾ। ਕੋਈ ਬੰਦਾ ਪੱਥਰ ਦੀ ਮੂਰਤੀ ਬਣਾ ਰਿਹਾ ਸੀ ਤੇ ਕਿਸੇ ਦੂਜੇ ਨਾਲ ਦੇ ਨੇ ਕਿਹਾ ਵੀ ਬਹੁਤ ਵੱਡੀ ਕਲਾ ਹੈ ਤੇਰੇ ਕੋਲ ਯਾਰ, ਤੂੰ ਪੱਥਰ ਦੀਆਂ ਮੂਰਤੀਆਂ ਬਣਾ ਦਿੰਦਾ, ਬੜੀਆਂ ਸੋਹਣੀਆਂ ਮੂਰਤੀਆਂ ਬਣਾਉਣਾ। ਉਹ ਕਹਿੰਦਾ ਮੇਰੇ ਕੋਲ ਕੋਈ ਕਲਾ ਨਹੀਂ, ਮੈਂ ਪੱਥਰ ਦੀਆਂ ਮੂਰਤੀਆਂ ਥੋੜਾ ਬਣਾਉਣਾ। ਬਣਾਈ ਦੀ ਤੇ ਚੀਜ਼ ਹੈ ਜਿਹੜੀ ਜੋੜ ਜੋੜ ਕੇ ਬਣਾਈ ਜਾਏ। ਮੈਂ ਤੇ ਪੱਥਰ ਨੂੰ ਤੋੜ ਰਿਹਾ, ਮੈਂ ਤੇ ਛੈਣੀ ਹਥੌੜੀ ਨਾਲ ਪੱਥਰ ਤੋੜ ਰਿਹਾ ਹਾਂ। ਮੂਰਤੀ ਪੱਥਰ ਦੇ ਅੰਦਰ ਪਹਿਲਾਂ ਹੀ ਤਿਆਰ ਹੈ। ਉਸ ਮੂਰਤ ਦੇ ਉੱਤੇ ਨਜਾਇਜ਼ ਪੱਥਰ ਚੜਿਆ ਹੋਇਆ, ਵਾਧੂ। ਮੈਂ ਉਸ ਵਾਧੂ ਪੱਥਰ ਨੂੰ ਤੋੜ ਤੋੜ ਕੇ ਪਾਸੇ ਕਰ ਦੇਣਾ, ਅੰਦਰੋਂ ਮੂਰਤ ਨਿਕਲ ਆਉਂਦੀ ਹੈ। ਸਾਡੇ ਅੰਦਰ ਰੱਬ ਤੇ ਹੈ, ਪਰ ਉਹਦੇ ਉੱਤੇ ਵਾਧੂ ਕੁਛ ਚੜ ਗਿਆ ਹੈ। ਉਹ ਜਿਹੜਾ ਵਾਧੂ ਇਹਨੂੰ ਤੋੜ ਤੋੜ ਕੇ ਪਾਸੇ ਕਰੋ, ਅੰਦਰੋਂ ਰੱਬ ਨਿਕਲ ਆਏਗਾ, ਅੰਦਰੋਂ ਇਨਸਾਨ ਨਿਕਲ ਆਏਗਾ। ਤਾਂ ਈਰਖਾ, ਦਵੈਸ਼, ਵਾਧੂ ਤੇ ਹੈ ਨੇ, ਸਾਰੇ ਤੋੜ ਕੇ ਪਾਸੇ ਸੁੱਟੋ। ਜਾਤੀਵਾਦ ਨੂੰ ਪਾਸੇ ਸੁੱਟੋ, ਜੋਤ ਨਿਕਲ ਆਏਗੀ ਅੰਦਰੋਂ। ਕ੍ਰੋਧ ਨੂੰ ਪਾਸੇ ਸੁੱਟੋ, ਅੰਦਰੋਂ ਪ੍ਰੇਮ ਨਿਕਲ ਆਏਗਾ। ਅਹੰਕਾਰ ਨੂੰ ਪਾਸੇ ਸੁੱਟੋਗੇ, ਅੰਦਰੋਂ ਨਿਮਰਤਾ ਨਿਕਲ ਆਏਗੀ। ਇਹ ਵਾਧੂ ਚੀਜ਼ਾਂ ਨੂੰ ਤੋੜ ਤੋੜ ਕੇ ਪਾਸੇ ਸੁੱਟੋ। ਇਸੇ ਨੂੰ ਕਹਿੰਦੇ ਨੇ ਮੁਕਤੀ। ਇਹਨਾਂ ਵਿਕਾਰਾਂ ਤੋਂ ਮੁਕਤ ਹੋਣਾ ਹੈ। ਜਦੋਂ ਇਹਨਾਂ ਤੋਂ ਮੁਕਤ ਹੋਗੇ, ਆਜ਼ਾਦ ਹੋਗੇ, ਅੰਦਰੋਂ ਰੱਬ ਪ੍ਰਗਟ ਹੋ ਜਾਏ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੇ ਕੋ ਗੁਰ ਤੇ ਵੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਜੇ ਕੋਈ ਗੁਰੂ ਤੋਂ ਬੇਮੁਖ ਹੋ ਜਾਂਦਾ, ਗੁਰੂ ਦੀ ਗੱਲ ਨਹੀਂ ਮੰਨਦਾ, ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਨਹੀਂ ਬਤੀਤ ਕਰਦਾ, ਤਾਂ ਉਹ ਬਿਨਾਂ ਗਿਆਨ ਗੁਰੂ ਤੋਂ ਮੁਕਤ ਨਹੀਂ ਹੋ ਸਕਦਾ। ਵਿਕਾਰਾਂ ਤੋਂ ਖਲਾਸੀ ਨਹੀਂ ਹੋ ਸਕਦੀ, ਬੰਧਨਾਂ ਤੋਂ ਖਲਾਸੀ ਨਹੀਂ ਹੋ ਸਕਦੀ, ਕਰਮ ਕਾਂਡਾਂ ਤੋਂ ਖਲਾਸੀ ਨਹੀਂ ਹੋ ਸਕਦੀ। ਬੰਦਾ ਨਹਾਈ ਜਾਏਗਾ ਤੀਰਥਾਂ ਤੇ, ਵਰਤ ਨਰਾਤੇ ਰੱਖੀ ਜਾਏਗਾ, ਜੋਤਾਂ ਕੁੰਭ ਜਗਾਈ ਜਾਏਗਾ, ਨਹੀਂ ਮੁਕਤ ਹੋਏਗਾ। ਇਹਨਾਂ ਬੰਧਨਾਂ ਵਿੱਚ ਬੱਝਾ ਰਹੇਗਾ, ਈਰਖਾ ਦਵੈਸ਼ ਵਿੱਚ ਬੱਝਾ ਰਹੇਗਾ। ਪਾਵੈ ਮੁਕਤ ਨਾ ਹੋਰਥ ਹੈ ਕੋਈ, ਪੁੱਛੋ ਵਿਵੇਕੀਆਂ ਜਾਏ। ਵਿਵੇਕੀਆਂ ਦਾ ਮਤਲਬ ਗਿਆਨਵਾਨ। ਗੁਰੂ ਜੀ ਆਪ ਕਹਿ ਰਹੇ ਨੇ ਕਿ ਨਹੀਂ ਮੁਕਤੀ ਪਾ ਸਕਦੇ। ਫਿਰ ਦੁਬਾਰਾ ਕਹਿੰਦੇ ਨੇ ਵੀ ਜੇ ਤੁਹਾਨੂੰ ਨਹੀਂ ਵਿਸ਼ਵਾਸ ਤੇ ਗਿਆਨਵਾਨਾਂ ਤੋਂ, ਹੋਰਾਂ ਤੋਂ ਜਾ ਕੇ ਪੁੱਛ ਲਓ। ਜੇ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਤੇ ਵਿਵੇਕੀਆਂ ਤੋਂ ਪੁੱਛ ਲਓ। ਵਿਵੇਕੀਆਂ ਦਾ ਮਤਲਬ ਗਿਆਨਵਾਨ। ਵਿਵੇਕ ਦਾ ਮਤਲਬ ਬਿਬ ਪਲਸ ਏਕ। ਬਿਬ ਦਾ ਮਤਲਬ ਦੋ, ਇੱਕ ਦਾ ਮਤਲਬ ਇੱਕ, ਜਿਹੜਾ ਦ્વੈਤ ਨੂੰ ਖਤਮ ਕਰਕੇ ਇੱਕ ਹੋ ਗਿਆ, ਜਿਸ ਨੇ ਇੱਕ ਨੂੰ ਇਸ ਸੰਸਾਰ ਦੇ ਅੰਦਰ ਵੇਖ ਲਿਆ ਹੈ, ਜਿਹੜਾ ਹਰ ਇੱਕ ਦੇ ਅੰਦਰ ਇੱਕ ਨੂੰ ਵੇਖਦਾ ਹੈ, ਜਿਹਦੇ ਅੰਦਰ ਅਨੇਕਤਾ ਨਹੀਂ ਹੈ, ਜਿਹਦੇ ਅੰਦਰ ਦੁਬਦਾ ਨਹੀਂ ਹੈ, ਜਿਹੜਾ ਅੰਦਰੋਂ ਹੋਰ ਤੇ ਬਾਹਰੋਂ ਹੋਰ ਨਹੀਂ। ਅਸੀਂ ਕਿਸੇ ਨੂੰ ਆਪਣਾ ਸਮਝਦੇ ਹਾਂ, ਕਿਸੇ ਨੂੰ ਬੇਗਾਨਾ। ਜਿਹਦੇ ਅੰਦਰ ਆਪਣੇ ਔਰ ਬੇਗਾਨੇ ਦੇ ਭੇਦ ਭਾਵ ਨੇ, ਉਹ ਵਿਵੇਕੀ ਨਹੀਂ ਹੈ, ਉਹ ਗਿਆਨਵਾਨ ਨਹੀਂ। ਜਿਹੜਾ ਕਿਸੇ ਨਾਲ ਵਿਹਾਰ ਹੋਰ ਕਰਦਾ ਹੈ, ਦੂਜੇ ਨਾਲ ਵਿਹਾਰ ਹੋਰ, ਉਹਦਾ ਵਿਹਾਰ ਇੱਕ ਹੈ ਹੀ ਨਹੀਂ। ਆਪਣੇ ਬੱਚਿਆਂ ਨਾਲ ਵਿਹਾਰ ਹੋਰ ਕਰਦਾ ਹੈ, ਦੂਜਿਆਂ ਨਾਲ ਹੋਰ ਕਰਦਾ ਹੈ। ਆਪਣੀਆਂ ਭਾਵਨਾ ਇੱਜ਼ਤ ਪਾਉਂਦੀਆਂ ਨੇ, ਮੈਨੂੰ ਇੱਜ਼ਤ ਮਿਲੇ, ਪਿਆਰ ਮਿਲੇ, ਸਤਿਕਾਰ ਮਿਲੇ, ਪਰ ਦੂਜਿਆਂ ਨੂੰ ਪਿਆਰ, ਇੱਜ਼ਤ, ਸਤਿਕਾਰ ਨਹੀਂ ਦਿੰਦਾ, ਤਾਂ ਉਹ ਗਿਆਨਵਾਨ ਨਹੀਂ ਹੈ। ਉਹਦਾ ਵਿਹਾਰ ਇੱਕ ਜੈਸਾ ਨਹੀਂ ਹੈ। ਜਿਹੜਾ ਕਹਿ ਕੁਛ ਹੋਰ ਰਿਹਾ ਹੈ ਤੇ ਕਰ ਕੁਛ ਹੋਰ ਰਿਹਾ ਹੈ, ਬਾਹਰੋਂ ਧਰਮੀ ਦਿਸ ਰਿਹਾ ਹੈ, ਧਰਮੀ ਵਿਖਾ ਰਿਹਾ ਹੈ, ਪਰ ਧਰਮੀ ਹੈ ਨਹੀਂ, ਤਾਂ ਉਹ ਇੱਕ ਦੇ ਨਾਲ ਨਹੀਂ ਨਾ ਜੁੜਿਆ, ਉਹਦੀ ਜ਼ਿੰਦਗੀ ਵਿੱਚ ਖੁਸ਼ੀ ਹੋਏਗੀ ਨਹੀਂ। ਤਾਂ ਗੁਰੂ ਜੀ ਕਹਿੰਦੇ ਨੇ, ਜਿਹੜੇ ਗਿਆਨਵਾਨ ਨੇ, ਜਿਹੜੇ ਇੱਕ ਦੇ ਨਾਲ ਜੁੜ ਗਏ ਨੇ, ਜੇ ਨਹੀਂ ਤਾਂ ਤੁਸੀਂ ਉਹਨਾਂ ਤੋਂ ਜਾ ਕੇ ਪੁੱਛ ਲਓ, ਉਹ ਵੀ ਤੁਹਾਨੂੰ ਇਹੀ ਗੱਲ ਕਹਿਣਗੇ। ਉਹ ਵੀ ਤੁਹਾਨੂੰ ਇਹੀ ਦੱਸਣਗੇ ਕਿ ਪਿਆਰਿਆ, ਇੱਕ ਦੇ ਨਾਲ ਜੁੜਿਆ ਖੁਸ਼ੀ ਹੋ ਸਕਦੀ ਹੈ। ਆਪ ਵੀ ਵਿਚਾਰ ਲਓ ਤਾਂ ਵੀ ਇਹ ਗੱਲ, ਗੁਰੂ ਜੀ ਸਾਨੂੰ ਕਹਿ ਰਹੇ ਨੇ ਤਾਂ ਵੀ ਇਹ ਗੱਲ, ਕਿਸੇ ਹੋਰ ਗਿਆਨਵਾਨ ਤੋਂ ਪੁੱਛੋਗੇ ਤਾਂ ਵੀ ਇਹ ਗੱਲ, ਜੇ ਚਾਰ ਬੰਦੇ ਵਿਚਾਰਨਗੇ, ਜੇ ਸੱਚ ਨੂੰ ਬੇਸ ਬਣਾ ਕੇ, ਤਾਂ ਵੀ ਇਹ ਗੱਲ। ਕਿਉਂਕਿ ਗੁਰੂ ਤੇ ਭੁੱਲਣ ਵਿੱਚ ਹੈ ਨਹੀਂ, ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ।
ਗੁਰੂ ਔਰ ਪ੍ਰਭੂ ਅਭੁੱਲ ਹੈ, ਭੁੱਲਣ ਵਿੱਚ ਨਹੀਂ ਹੈ। ਤਾਂ ਗੁਰੂ ਜੀ ਕਹਿੰਦੇ ਨੇ ਬਿਨਾਂ ਸ਼ੱਕ ਤੋਂ ਗਿਆਨਵਾਨਾਂ ਤੋਂ ਜਾ ਕੇ ਪੁੱਛ ਲਓ, ਉਹ ਵੀ ਤੁਹਾਨੂੰ ਇਹ ਕਹਿਣਗੇ ਕਿ ਗੁਰੂ ਦੇ ਦੱਸੇ ਰਾਹ ਤੇ ਤੁਰਨ ਤੋਂ ਬਿਨਾਂ ਵਿਕਾਰਾਂ ਤੋਂ, ਚਿੰਤਾਵਾਂ ਤੋਂ, ਪਾਪਾਂ ਅਪਰਾਧਾਂ ਤੋਂ, ਦੁੱਖਾਂ ਤੋਂ ਕਦੇ ਵੀ ਖਲਾਸੀ ਨਹੀਂ ਹੁੰਦੀ, ਕਦੇ ਵੀ ਖੁਸ਼ੀ ਪੈਦਾ ਨਹੀਂ ਹੁੰਦੀ। ਗੁਰੂ ਜੀ ਕਹਿੰਦੇ ਨੇ ਅਨੇਕ ਜੂਨੀ ਭਰਮ ਆਵੇ, ਵਿਣ ਸਤਿਗੁਰ ਮੁਕਤ ਨਾ ਪਾਏ। ਬੰਦਾ ਅਨੇਕਾਂ ਜੂਨੀਆਂ ਵਿੱਚ ਭਟਕ ਭਟਕ ਕੇ ਬੇਸ਼ੱਕ ਆ ਜਾਏ, ਲੇਕਿਨ ਗੁਰੂ ਤੋਂ ਬਿਨਾਂ ਖਲਾਸੀ ਨਹੀਂ ਹੁੰਦੀ, ਦੁੱਖਾਂ ਤੋਂ ਮੁਕਤੀ ਨਹੀਂ ਹੁੰਦੀ। ਅਨੇਕਾਂ ਜੂਨਾਂ ਵਿੱਚ ਭਟਕ ਕੇ ਵੇਖ ਲਓ। ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਾ ਕਿੰਨੀਆਂ ਜੂਨਾਂ ਵਿੱਚ ਭਟਕਦਾ ਹੈ। ਮੈਂ ਮਰਨ ਤੋਂ ਬਾਅਦ ਵਾਲੀ ਗੱਲ ਨਹੀਂ ਕਰ ਰਿਹਾ, ਇਸ ਜ਼ਿੰਦਗੀ ਦੀ ਗੱਲ ਕਰ ਰਿਹਾ, ਕਿਉਂਕਿ ਅਸੀਂ ਇਸ ਜ਼ਿੰਦਗੀ ਵਿੱਚ ਖੁਸ਼ੀ ਪਾਣਾ ਚਾਹੁੰਦੇ ਹਾਂ ਨਾ, ਇਸ ਜ਼ਿੰਦਗੀ ਵਿੱਚ ਆਨੰਦ ਪਾਣਾ ਚਾਹੁੰਦੇ ਹਾਂ। ਤਾਂ ਅਨੇਕਾਂ ਜੂਨਾਂ ਵਿੱਚ ਬੰਦਾ ਭਟਕਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ। ਕਿਵੇਂ ਭਟਕਦਾ ਹੈ ਇਹ ਆਪਾਂ ਪਹਿਲਾਂ ਵੀ ਐਕਸਪਲੇਨ ਕਰ ਚੁੱਕੇ ਹਾਂ। ਮੰਨ ਲਓ ਕਿ ਬੰਦਾ ਖੁਸ਼ੀ ਚਾਹੁੰਦਾ ਹੈ ਕਿ ਮੇਰੇ ਕੋਲ ਬਹੁਤ ਸਾਰੇ ਪਦਾਰਥ ਆ ਜਾਣ, ਤੇ ਉਹ ਮਿਹਨਤ ਕਰਨ ਦੀ ਬਜਾਏ ਕਿਸੇ ਬੇਗਾਨੇ ਦਾ ਹੱਕ ਖਾ ਜਾਂਦਾ ਹੈ, ਭਰਾ ਦੀ ਪ੍ਰੋਪਰਟੀ ਦਬਾ ਲੈਂਦਾ ਹੈ। ਭਰਾ ਲੜ ਪੈਂਦੇ ਨਾ, ਅੱਧੇ ਅੱਧੇ ਕਿੱਲੇ ਜ਼ਮੀਨ ਪਿੱਛੇ, ਦੋ ਦੋ ਸਿਆੜਾਂ ਜ਼ਮੀਨ ਪਿੱਛੇ ਭਰਾਵਾਂ ਦੇ ਕਤਲ ਹੋ ਜਾਂਦੇ ਨੇ। ਥੋੜੇ ਥੋੜੇ ਪੈਸੇ ਪਿੱਛੇ ਭੈਣਾਂ ਤੋਂ ਵਰਤਣਾ ਛੱਡ ਜਾਂਦੀਆਂ ਨੇ। ਥੋੜੇ ਜਿਹੇ ਮਾਇਆ ਪਿੱਛੇ, ਥੋੜੇ ਜਿਹੇ ਪੈਸੇ ਪਿੱਛੇ ਲੋਕ ਮਾਂ ਪਿਓ ਦਾ ਕਤਲ ਕਰ ਦਿੰਦੇ ਨੇ। ਹੁੰਦਾ ਹੈ ਨਾ ਐਸਾ ਸਾਰਾ ਕੁਝ। ਹੁਣ ਬੇਗਾਨਾ ਹੱਕ ਖਾਣਾ, ਕੀ ਬੇਗਾਨਾ ਹੱਕ ਖਾਣ ਦੇ ਨਾਲ ਜ਼ਿੰਦਗੀ 'ਚ ਖੁਸ਼ੀ ਆ ਜਾਏਗੀ? ਕਦੇ ਵੀ ਨਹੀਂ ਆਏਗੀ, ਸਗੋਂ ਪਛਤਾਵਾ ਹੋਏਗਾ ਨਾ। ਤਾਂ ਇਹ ਬੇਗਾਨਾ ਹੱਕ ਖਾਣਾ, ਇਹ ਜੂਨ ਹੈ ਕੁੱਤੇ ਦੀ, ਕਿਉਂਕਿ ਕੁੱਤਾ ਜਿਹੜਾ ਹੈ ਨਾ, ਉਹ ਪ੍ਰਤੀਕ ਹੈ ਲਾਲਚ ਦਾ। ਪ੍ਰਤੀਕ ਹੈ ਨਾ ਕੁੱਤਾ, ਜਿਹੜਾ ਕੁੱਤੇ ਦਾ ਚੰਗਾ ਗੁਣ ਹੈ, ਉਹਦੀ ਵੀ ਗੁਰਬਾਣੀ ਵਿੱਚ ਸਿਫਤ ਕੀਤੀ ਗਈ ਹੈ ਕਿ ਜੈਸੇ ਸੂਕਰ ਸਵਾਨ, ਕਿ ਜੇ ਰੱਬ ਦੇ ਚਿੰਤਨ ਕਰਨਾ ਹੈ ਤੇ ਕੁੱਤੇ ਵਰਗਾ ਵਫਾਦਾਰ ਬਣ। ਜਿਵੇਂ ਉਹ ਆਪਣੇ ਮਾਲਕ ਦਾ ਡਰ ਨਹੀਂ ਛੱਡਦਾ, ਵਫਾਦਾਰੀ ਦਾ ਗੁਣ ਵੀ ਕੁੱਤੇ ਦਾ ਬਿਆਨ ਕੀਤਾ ਹੈ। ਪਰ ਲਾਲਚ ਦਾ ਪ੍ਰਤੀਕ ਵੀ ਕੁੱਤਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਭੇ ਬਿਗਾਰੈ। ਜਦੋਂ ਲੋਭ ਲਹਿਰ ਕਰਕੇ ਬੇਗਾਨਾ ਹੱਕ ਖਾਂਦਾ ਹੈ, ਉਦੋਂ ਬੰਦਾ ਕੁੱਤੇ ਦੀ ਜੂਨ ਵਿੱਚ ਹੁੰਦਾ ਹੈ। ਜਦੋਂ ਬੰਦਾ ਕਾਮ ਵਾਸਨਾਵਾਂ ਕਰਕੇ ਕਿਸੇ ਪਰਾਈ ਔਰਤ ਨੂੰ ਮਾੜੀ ਨਜ਼ਰ ਨਾਲ ਤੱਕਦਾ ਹੈ, ਉਦੋਂ ਹਾਥੀ ਦੀ ਜੂਨ ਵਿੱਚ ਹੁੰਦਾ ਹੈ। ਔਰ ਜਦੋਂ ਹੰਕਾਰ ਕਰਕੇ ਕਿਸੇ ਦੀ ਗੱਲ ਨਹੀਂ ਮੰਨਦਾ, ਸਮਾਜ ਦੇ ਨੇਮ ਤੋੜਦਾ ਹੈ, ਮਾਪਿਆਂ ਦੇ ਇੱਜ਼ਤ ਨਹੀਂ ਕਰਦਾ, ਧਰਮ ਦੇ ਨੇਮ ਤੋੜਦਾ ਹੈ, ਦੇਸ਼ ਦੇ ਕਾਨੂੰਨ ਤੋੜਦਾ ਹੈ, ਉਦੋਂ ਬੰਦਾ ਝੂਠੇ ਦੀ ਜੂਨ ਵਿੱਚ ਹੁੰਦਾ ਹੈ। ਮਾਤਾ ਭੈਂਸਾ ਅਮੂਹਾਂ ਜਾਏ। ਤੁਸੀਂ ਸਾਰੇ ਜ਼ਿਮੀਂਦਾਰ ਬੰਦੇ ਹੋ, ਇੰਡੀਆ ਦੇ ਵਿੱਚ ਤੁਸੀਂ ਝੂਟੇ ਰੱਖੇ ਹੋਣਗੇ ਜਾਂ ਵੇਖੇ ਹੋਣਗੇ। ਸਿਆਲ ਦੇ ਵਿੱਚ ਝੂਟੇ ਕੰਮ ਥੋੜਾ ਘੱਟ ਹੁੰਦਾ ਹੈ ਤੇ ਗੁਆਰਾ ਵਗੈਰਾ ਪੱਠੇ ਜ਼ਿਆਦਾ ਖਾਂਦੇ ਨੇ, ਤੇ ਸਿਆਲ ਵਿੱਚ ਝੂਟੇ ਮਸਤੇ ਹੁੰਦੇ ਨੇ ਨਾ। ਮਸਤ ਝੂਟਾ ਕਦੇ ਕੁੱਪ ਨੂੰ ਸਿੰਗ ਮਾਰ ਦਿੰਦਾ ਹੈ, ਰੂੜੀਆਂ ਦੇ ਨਾਲ ਫਿਰਦਾ ਹੈ, ਖਿੱਚਦੇ ਇੱਧਰ ਨੇ ਜਾਂਦਾ ਇੱਧਰ। ਉਹਨੂੰ ਉਸ ਜੂਨ ਵਿੱਚ ਜਦੋਂ ਬੰਦਾ ਮਾਪਿਆਂ ਦੀ ਗੱਲ ਨਾ ਮੰਨੇ, ਸਮਾਜ ਦੀ ਗੱਲ, ਉਦੋਂ ਬੰਦਾ ਝੂਟੇ ਦੀ ਜੂਨ ਵਿੱਚ ਹੁੰਦਾ ਹੈ। ਪਾਵਨ ਬਾਣੀ ਵਿੱਚ ਬਚਨ ਆਇਆ, ਮਾਤਾ ਭੈਂਸਾ ਅਮੂਹਾਂ ਜਾਏ, ਕੁੱਦ ਕੁੱਦ ਚਰੇ ਰਸਾਤਲ ਪਾਏ। ਕੁੱਦ ਕੁੱਦ ਕੇ ਦਾ ਮਤਲਬ ਬੜੇ ਖੁਸ਼ ਹੋ ਕੇ ਵਿਕਾਰ ਕਮਾਉਂਦਾ ਹੈ, ਤਾਂ ਉਦੋਂ ਬੰਦਾ ਝੂਟੇ ਦੀ ਜੂਨ ਵਿੱਚ। ਮੇਰੇ ਤੋਂ ਕਿਸੇ ਨੇ ਰਾਹ ਪੁੱਛਿਆ ਵੀ ਭਾਈ ਜੀ ਇਧਰ ਨੂੰ ਰਾਹ ਤੇ ਅੱਗੋਂ ਮੈਂ ਟੁੱਟ ਕੇ ਪੈ ਗਿਆ, ਮੈਂ ਤੇਰੇ ਪਿਓ ਦਾ ਨੌਕਰ ਲੱਗਾ, ਮੈਂ ਇੱਥੇ ਰਾਹ ਦੱਸਣ ਵਾਸਤੇ ਖਲੋਤਾ। ਤਾਂ ਉਦੋਂ ਬੰਦਾ ਸੱਪ ਦੀ ਜੂਨ ਵਿੱਚ ਫੂੰ ਫੂੰ ਕਰਕੇ ਪੈਂਦਾ ਹੈ। ਘਰ ਦੇ ਵਿੱਚ ਘਰ ਵਾਲੀ ਨੇ ਕੁਛ ਕਹਿ ਦਿੱਤਾ ਤੇ ਘਰ ਵਾਲਾ ਟੁੱਟ ਕੇ ਪੈ ਜਾਂਦਾ ਹੈ। ਤੇ ਜੇ ਘਰ ਵਾਲੇ ਨੇ ਕਹਿ ਦਿੱਤਾ ਵੀ ਅੱਜ ਸਬਜ਼ੀ 'ਚ ਲੂਣ ਜ਼ਿਆਦਾ, ਤੇ ਉਹ ਮਾਰੀ ਪਤੀਲੀ ਚੁੱਕ ਕੇ, ਤੇ ਉਦੋਂ ਸੱਪ ਦੀ ਜੂਨ ਸੀ ਇਹ ਬੰਦਾ ਤੇ ਜਨਾਨੀ ਕੋਈ ਵੀ, ਫੂੰ ਫੂੰ ਕਰਕੇ ਪੈਣਾ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਉਦੋਂ ਬੰਦਾ ਸੱਪ ਦੀ ਜੂਨ ਵਿੱਚ, ਜਦੋਂ ਬੰਦਾ ਸੱਚ ਨੂੰ ਭੁੱਲਿਆ ਹੁੰਦਾ ਹੈ। ਤੇ ਜਦੋਂ ਬੰਦਾ ਗੰਦਗੀ ਖਾਂਦਾ ਹੈ, ਉਦੋਂ ਬੰਦਾ ਸੂਰ ਦੀ ਜੂਨ ਵਿੱਚ ਗੰਦਮੰਦ ਖਾ ਰਿਹਾ ਹੈ, ਬੇਗਾਨੇ ਹੱਕ ਖਾ ਰਿਹਾ ਹੈ। ਜਦੋਂ ਬੰਦਾ ਗੁਰੂ ਦੀ ਬਾਣੀ ਨਾਲੋਂ ਟੁੱਟਿਆ ਹੁੰਦਾ ਨਾ, ਸੱਚ ਦੇ ਨਾਲੋਂ, ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰ ਮੰਤਰਹੀਣस्य ਜੋ ਪ੍ਰਾਣੀ, ਤ੍ਰਿਗੰਤ ਜਨਮ ਪ੍ਰਸ਼ਟਨੈ, ਕੂਕਰੈ ਸੂਕਰੈ ਗਰਦਬੈ ਕਾਕੈ ਸਰਪਨੈ ਤੁਲ ਖਲੈ। ਉਹ ਮੂਰਖ ਇਹਨਾਂ ਜੂਨਾਂ ਦੇ ਬਰਾਬਰ ਹੈ ਜਦੋਂ ਸੱਚ ਦੇ ਨਾਲੋਂ ਟੁੱਟਿਆ ਹੁੰਦਾ ਹੈ।
ਤੇ ਹੁਣ ਇਹਨਾਂ ਜੂਨਾਂ ਵਾਲੇ ਸੁਭਾਅ ਦੇ ਵਿੱਚ ਜੇ ਬੰਦਾ ਭਟਕਦਾ ਫਿਰੇ, ਇਹਨਾਂ ਕੰਮਾਂ ਦੇ ਵਿੱਚੋਂ ਖੁਸ਼ੀ ਲੱਭੇ ਤੇ ਕੀ ਖੁਸ਼ੀ ਲੱਭੇਗੀ? ਇਹਨਾਂ ਜੂਨਾਂ ਵਿੱਚ, ਇਹਨਾਂ ਜੂਨਾਂ ਵਾਲੇ ਸੁਭਾਅ ਚੋਂ ਕੋਈ ਆਨੰਦ ਲੱਭਣਾ ਚਾਹੇ ਤੇ ਆਨੰਦ ਪੈਦਾ ਹੋਏਗਾ। ਇੱਕ ਦੂਜੇ ਵਿੱਚ ਕੀ ਇਸ ਤਰ੍ਹਾਂ ਰੱਬ ਦਿਸੇਗਾ? ਕੀ ਇਹ ਸਮਾਜ ਦਾ ਵਿਕਾਸ ਹੋਏਗਾ? ਕੀ ਉਸ ਬੰਦੇ ਦੇ ਅੰਦਰੋਂ ਰੱਬ ਪ੍ਰਗਟ ਹੋ ਸਕਦਾ ਹੈ? ਤਾਂ ਗੁਰੂ ਜੀ ਕਹਿੰਦੇ ਨੇ, ਅਨੇਕ ਜੂਨੀ ਭਰਮ ਆਵੈ, ਵਿਣ ਸਤਿਗੁਰ ਮੁਕਤ ਨਾ ਪਾਵੇ। ਬੇਸ਼ੱਕ ਇਹੋ ਜਿਹੇ ਅਨੇਕਾਂ ਸੁਭਾਵਾਂ ਦੇ ਵਿੱਚ ਬੰਦਾ ਵਿਚਰਦਾ ਰਹੇ, ਭਟਕਦਾ ਰਹੇ, ਪਰ ਗੁਰੂ ਦੇ ਗਿਆਨ ਤੋਂ ਬਿਨਾਂ ਇਹਨਾਂ ਜੂਨਾਂ ਦੇ ਸੁਭਾਅ ਤੋਂ ਮੁਕਤੀ ਨਹੀਂ ਹੁੰਦੀ। ਇਸੇ ਲਈ ਗੁਰੂ ਜੀ ਨੇ ਬਚਨ ਕੀਤਾ ਹੈ ਕਿ ਬੰਦਿਆ, ਤੈਨੂੰ ਮੈਂ ਪਸ਼ੂ ਤੇ ਨਹੀਂ ਕਹਿ ਸਕਦਾ, ਕਿਉਂਕਿ ਤੂੰ ਪਸ਼ੂ ਹੈ ਨਹੀਂ, ਕਿਉਂਕਿ ਤੇਰੇ ਚਾਰ ਖੁਰ ਨਹੀਂ, ਤੇਰੇ ਦੋ ਸਿੰਗ ਨਹੀਂ, ਤੇਰੀ ਪੂਛ ਨਹੀਂ ਹੈ, ਤੂੰ ਪਸ਼ੂ ਤੇ ਹੈ ਨਹੀਂ, ਬੰਦਾ ਹੈ। ਪਸ਼ੂ ਤੈਨੂੰ ਨਹੀਂ ਕਿਹਾ ਜਾ ਸਕਦਾ, ਪਰ ਤੈਨੂੰ ਬੰਦਾ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਤੇਰੇ ਕੰਮ ਬੰਦਿਆਂ ਵਾਲੇ ਨਹੀਂ। ਇਸ ਲਈ ਗੁਰੂ ਜੀ ਨੇ ਬਚਨ ਕੀਤਾ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ, ਕਿ ਤੇਰੀ ਜਾਤ ਬੰਦਿਆਂ ਦੀ ਹੈ, ਤੇਰੀ ਦੇਹੀ ਬੰਦੇ ਦੀ ਹੈ, ਨਸਲ ਤੂੰ ਬੰਦੇ ਦੀ ਹੈ, ਲੇਕਿਨ ਕੰਮ ਤੇਰੇ ਪਸ਼ੂਆਂ ਵਾਲੇ ਨੇ। ਐਵੇਂ ਸਿੰਘ ਮਾਰਦਾ ਫਿਰਨਾ, ਖੋਤਾ ਕਿਸੇ ਨੂੰ ਦਲੱਤਾ ਮਾਰ ਜਾਂਦਾ ਹੈ ਤੇ ਬੰਦਾ ਜਾਂਦਿਆਂ ਅਰਕ ਮਾਰ ਕੇ ਕਿਸੇ ਦੀ ਕਾਰ ਦਾ ਸ਼ੀਸ਼ਾ ਨਜਾਇਜ਼ ਭੰਨ ਜਾਂਦਾ। ਫਰਕ ਕੀ ਹੋਇਆ? ਕੁੱਤੇ ਦੋ ਲੜ ਰਹੇ ਨੇ, ਉਹ ਮੂੰਹ ਦੇ ਨਾਲ ਇੱਕ ਦੂਜੇ ਨੂੰ ਪਾੜਦੇ ਨੇ ਪੈਰ, ਤੇ ਅੰਦਰ ਬੰਦੇ ਲੜ ਰਹੇ ਨੇ, ਉਹ ਡਾਂਗਾਂ ਦੇ ਨਾਲ ਸਿਰ ਪਾੜਦੇ ਨੇ। ਫਰਕ ਕੀ ਹੋਇਆ? ਕੁੱਤੇ ਡਾਂਗਾਂ ਚੁੱਕ ਨਹੀਂ ਸਕਦੇ ਤੇ ਉਹ ਵੀ ਡਾਂਗਾਂ ਚੁੱਕਣ। ਉਹ ਮੂੰਹ ਨਾਲ ਸਿਰ ਪਾੜਦੇ ਨੇ, ਅਸੀਂ ਡਾਂਗਾਂ ਨਾਲ ਪਾੜਦੇ ਹਾਂ। ਬੈਲ ਨੇ ਟੱਗੇ ਸਿੰਘ ਇੱਕ ਦੂਜੇ ਨੂੰ ਮਾਰਦੇ ਨੇ ਪਏ, ਅਸੀਂ ਇੱਕ ਦੂਜੇ ਨੂੰ ਘਸੁੰਨ ਮਾਰਦੇ ਹਾਂ ਪਏ। ਫਰਕ ਤੇ ਨਾ ਹੋਇਆ। ਕਰਤੂਤ ਪਸ਼ੂ ਕੀ, ਜ਼ਬਾਨ ਤੇਰੀ ਬੰਦਿਆਂ ਵਾਲੀ ਹੈ, ਤਾਂ ਇਹਦੇ ਚੋਂ ਇਨਸਾਨਾਂ ਵਾਲੀ ਆਵਾਜ਼ ਆਉਣੀ ਚਾਹੀਦੀ ਹੈ। ਸ਼ਬਦਾਵਲੀ, ਮਿੱਠੇ ਪਿਆਰੇ ਬੋਲ, ਪੋਜ਼ਿਟਿਵ ਸਕਾਰਾਤਮਕ ਬੋਲ। ਰਹੀਮ ਜੀ ਨੇ ਇੱਕ ਦੋਹਾ ਉਚਾਰਿਆ, ਉਹ ਕਹਿੰਦੇ ਨੇ, ਐਸੀ ਬਾਣੀ ਬੋਲੀ ਹੈ ਮਨ ਕਾ ਆਪਾ ਖੋਏ, ਔਰਨ ਹੂੰ ਸ਼ੀਤਲ ਕਰੇ ਆਪੋਂ ਸ਼ੀਤਲ ਹੋਏ। ਜਦੋਂ ਬੋਲ ਬੋਲਨੇ ਨੇ ਤਾਂ ਇਹੋ ਜਿਹੇ ਬੋਲ ਬੋਲ ਜਿਨ੍ਹਾਂ ਬੋਲਾਂ ਦੇ ਨਾਲ ਤੈਨੂੰ ਵੀ ਠੰਡਕ ਮਿਲੇ, ਖੁਸ਼ੀ ਹੋਵੇ, ਤੇ ਜਿਹੜਾ ਤੇਰੇ ਬੋਲ ਸੁਣੇ ਉਹਨੂੰ ਵੀ ਖੁਸ਼ੀ ਮਿਲੇ, ਉਹਦੇ ਅੰਦਰ ਵੀ ਪੋਜ਼ਿਟਿਵ ਸਕਾਰਾਤਮਕ ਸੋਚ ਆਵੇ। ਤੇਰੇ ਬੋਲ ਸਮਾਜ ਨੂੰ ਸੁਧਾਰਨ ਵਾਲੇ ਹੋਣ, ਤੇਰੇ ਬੋਲਾਂ ਨਾਲ ਦੂਜਿਆਂ ਨੂੰ ਖੁਸ਼ੀ ਮਿਲੇ, ਇਹੋ ਜਿਹੇ ਬੋਲ ਬੋਲ। ਜੇ ਤੂੰ ਵੇਖਣਾ ਹੈ ਕਿਸੇ ਨਾਲ, ਪਿਆਰ ਨਾਲ ਵੇਖ, ਤੇਰੀਆਂ ਅੱਖਾਂ ਚੋਂ ਅੰਮ੍ਰਿਤ ਝਰਦਾ ਹੋਵੇ, ਪਰ ਤੂੰ ਵੇਖੇ ਐਵੇਂ ਮੱਥਾ ਤੇ ਵੱਟ ਪਏ ਹੋਣ, ਅੱਖਾਂ ਲਾਲ ਹੋਈਆਂ ਹੋਣ, ਮੂੰਹ ਤੇਰਾ ਉੱਤਾਂ ਨੂੰ ਚੜਿਆ ਹੋਵੇ, ਤਾਂ ਇਹ ਵੇਖਣਾ ਠੀਕ ਨਹੀਂ। ਜਿਵੇਂ ਸੱਪ ਫਨ ਖਿਲਾਰ ਕੇ ਵੇਖਦਾ ਹੋਵੇ, ਤੂੰ ਵੇਖ ਰਿਹਾ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਗੁਰੂ ਤੋਂ ਬਿਨਾਂ, ਗੁਰੂ ਦੇ ਦੱਸੇ ਰਾਹ ਤੋਂ ਬਿਨਾਂ ਇਹਨਾਂ ਸੁਭਾਵਾਂ ਤੋਂ ਬੰਦੇ ਨੂੰ ਕਦੇ ਮੁਕਤੀ ਨਹੀਂ ਮਿਲਦੀ। ਫਿਰ ਮੁਕਤ ਪਾਏ ਲਾਗ ਚਰਣੀ। ਜੇ ਕੋਈ ਮੁਕਤੀ ਪਾਣਾ ਚਾਹੁੰਦਾ ਹੈ, ਮੰਨ ਲਓ ਸਪੋਜ਼ ਕਿ ਜੇ ਕਿਸੇ ਦਾ ਇਹੋ ਜਿਹਾ ਸੁਭਾਅ ਬਣ ਗਿਆ ਹੈ, ਸਾਰੀ ਦੁਨੀਆ ਤੇ ਨਹੀਂ ਨਾ ਇਹੋ ਜਿਹੀ, ਬੜੇ ਚੰਗੇ ਚੰਗੇ ਲੋਕ ਨੇ, ਕੋਈ ਇਹੋ ਜਿਹੇ ਸੁਭਾਅ ਵਾਲਾ ਵੀ ਹੋ ਸਕਦਾ, ਕੋਈ ਚੰਗੇ ਸੁਭਾਅ ਵਾਲਾ ਹੋ ਸਕਦਾ। ਇਹ ਤਾਂ ਹਰ ਬੰਦੇ ਨੇ ਆਪ ਪਰਖਣਾ ਕਿ ਮੈਂ ਕਿੱਥੇ ਖੜਾ। ਹੁਣ ਜੇ ਕੋਈ ਇਹੋ ਜਿਹੇ ਸੁਭਾਅ ਤੋਂ ਮੁਕਤ ਹੋਣਾ ਚਾਹੁੰਦਾ ਹੈ, ਮੰਨ ਲਓ ਅੰਦਰ ਗਿਲਾਨੀ ਪੈਦਾ ਹੁੰਦੀ ਹੈ, ਗਿਲਟੀ ਪੈਦਾ ਹੁੰਦੀ ਹੈ ਕਿ ਯਾਰ ਮੈਂ ਬੰਦਾ ਹੋ ਕੇ ਵਾਸਤਵ ਵਿੱਚ ਹੀ ਐਸੀ ਜ਼ਿੰਦਗੀ ਜੀ ਰਿਹਾ, ਜ਼ਿੰਦਗੀ ਠੀਕ ਤੇ ਨਹੀਂ ਹੈ। ਜੇ ਕਿਤੇ ਸਾਡੇ ਮਨ ਦੇ ਵਿੱਚ ਕੁਦਰਤੀ ਇਹ ਵਿਚਾਰ ਆ ਜਾਂਦੀ ਹੈ ਕਿ ਯਾਰ ਅਸੀਂ ਪਤੀ ਪਤਨੀਆਂ ਪ੍ਰੇਮ ਨਾਲ ਵੀ ਰਹਿ ਸਕਦੇ ਹਾਂ, ਕਿਉਂ ਸਾਰਾ ਦਿਨ ਭਾਂਡੇ ਖੜਕਾਉਂਦੇ ਰਹਿੰਦੇ ਹਾਂ। ਬੱਚਿਆਂ ਦੇ ਮਨ ਵਿੱਚ ਆ ਜਾਂਦੀ ਵੀ ਯਾਰ ਕਿਉਂ ਅਸੀਂ ਮਾਪਿਆਂ ਤੋਂ ਦੂਰ ਹਾਂ, ਅਸੀਂ ਮਾਪਿਆਂ ਦੇ ਨਾਲ ਪਿਆਰ ਨਾਲ ਕਿਉਂ ਨਾ ਰਹੀਏ। ਤੇ ਜੇ ਕੋਈ ਬੰਦਾ ਮੁਕਤੀ ਪਾਣਾ ਚਾਹੁੰਦਾ ਹੈ ਇਹਨਾਂ ਵਿਕਾਰਾਂ ਤੋਂ, ਇਹਨਾਂ ਚੀਜ਼ਾਂ ਤੋਂ ਬਾਹਰ ਆਉਣਾ ਚਾਹੁੰਦਾ ਹੈ, ਗੁਰੂ ਅੱਗੇ ਸਨਮੁਖ ਹੋਣਾ ਚਾਹੁੰਦਾ ਹੈ, ਸੁਰਖਰੂ ਹੋਣਾ ਚਾਹੁੰਦਾ ਹੈ, ਉਜਲੇ ਮੂੰਹ ਹੋਣਾ ਚਾਹੁੰਦਾ ਹੈ, ਸੁਖੀ ਔਰ ਸ਼ਾਂਤ ਹੋਣਾ ਚਾਹੁੰਦਾ ਹੈ, ਤਾਂ ਗੁਰੂ ਜੀ ਕਹਿੰਦੇ ਨੇ, ਫਿਰ ਮੁਕਤ ਪਾਏ ਲਾਗ ਚਰਣੀ। ਫਿਰ ਵੀ ਉਹ ਮੁਕਤੀ ਪਾ ਸਕਦਾ ਹੈ ਜੇ ਗੁਰੂ ਦੀ ਚਰਨੀ ਲੱਗ ਜਾਏ, ਗੁਰੂ ਦੀ ਸ਼ਰਨ ਵਿੱਚ ਆ ਜਾਏ ਬੰਦਾ। ਮੰਨ ਲਓ ਤੁਸੀਂ ਇੱਥੋਂ ਜਾਣਾ ਹੈ ਬਰਮਿੰਗਮ ਨੂੰ, ਤੇ ਤੁਸੀਂ ਇੱਥੋਂ ਗਲਤ ਐਗਜ਼ਿਟ ਲੈ ਲਿਆ, ਚਲੇ ਗਏ ਗ੍ਰੇਵਜ਼ੈਂਡ ਨੂੰ, ਤੇ ਰਾਹ ਵਿੱਚ ਕੋਈ 100 ਕਿਲੋਮੀਟਰ ਚੱਲ ਕੇ 50 ਤੇ ਪਤਾ ਲੱਗਾ ਕਿ ਮੈਂ ਤੇ ਗਲਤ ਆ ਗਿਆ, ਤਾਂ ਹੁਣ ਇਹਦਾ ਮਤਲਬ ਇਹ ਨਹੀਂ ਕਿ ਗਲਤ ਤੁਰੇ ਜਾਓ, ਤੁਸੀਂ ਜਾ ਸਕਦੇ ਹੋ ਬਰਮਿੰਗਮ, ਯੂ ਟਰਨ ਲੈ ਲਓ। ਜਦੋਂ ਯੂ ਟਰਨ ਲਓਗੇ ਤੇ ਫਿਰ ਆਪਣੀ ਮੰਜ਼ਿਲ ਵੱਲ ਫਿਰ ਵੱਧ ਜਾਓਗੇ। ਜੇ ਜ਼ਿੰਦਗੀ ਜੀਂਦਿਆਂ ਸਾਨੂੰ ਕਿਤੇ ਅਹਿਸਾਸ ਹੋ ਜਾਏ ਕਿ ਅਸੀਂ ਗਲਤ ਜਾ ਰਹੇ ਹਾਂ,
मेरी सोच गलत है, मेरे बोल गलत ने, मेरा विहार गलत है, मेरा परिवारक जिंदगी गलत है, साडे घर विच कल कलेश है, मैं इहनूं मिटाना है, तां चिंता करन दी लोड़ नहीं, निराश होण दी लोड़ नहीं। गुरु दे चरनी लग जाओ, यू टर्न ले लो, फिर मुकत पाए लाग चरनी, गुरु दे चरनां विच हाਜ਼ਰ हो जाओ कि हे सतगुरु पिछले औगण मेरे मुआफ कर ते अग्गों तो मैनू सीधे राह पा। ਜਦੋਂ ਗੁਰੂ ਦੇ ਚਰਨੀ ਆਣ ਕੇ ਲੱਗੋਗੇ ਨਾ, ਜਾਂ ਮੈਂ ਲੱਗਾਂਗਾ, ਤਾਂ ਗੁਰੂ ਕੀ ਕਰੇਗਾ? ਫਿਰ ਸਤਿਗੁਰ ਸ਼ਬਦ ਸੁਣਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ, ਫਿਰ ਗੁਰੂ ਸਾਨੂੰ ਉਪਦੇਸ਼ ਸੁਣਾਏਗਾ, ਉਪਦੇਸ਼ ਦੇਵੇਗਾ। ਗੁਰੂ ਸਾਨੂੰ ਦੱਸੇਗਾ ਨਾ ਕਿ ਇੰਜ ਨਹੀਂ ਵੀ ਤੂੰ ਇਸ ਢੰਗ ਦੇ ਨਾਲ ਜ਼ਿੰਦਗੀ ਬਿਤਾ। ਔਰ ਫਿਰ ਕੀ ਹੋਏਗਾ? ਜਿਹੜਾ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਉਪਦੇਸ਼ ਨੂੰ, ਗੁਰੂ ਦੀ ਵਿਚਾਰਧਾਰਾ ਨੂੰ ਸੁਣੇਗਾ, ਉਹਦੇ ਤੇ ਜ਼ਿੰਦਗੀ ਜੀਵੇਗਾ ਤੇ ਜੀਵਨ ਬਦਲ ਜਾਏਗਾ। ਭਾਈ ਲਹਿਣਾ ਜੀ ਜਾਂਦੇ ਨੇ ਨਾ ਦੇਵੀ ਦੀ ਪੂਜਾ ਕਰਨ, ਜੋਤਾਂ ਵੀ ਜਗਾਉਂਦੇ ਨੇ, ਜਗਰਾਤੇ ਵੀ ਕਰਾਉਂਦੇ ਨੇ, ਜਗਰਾਤਿਆਂ ਵਿੱਚ ਭੇਟਾਵਾਂ ਵੀ ਗਾਉਂਦੇ ਹੋਣਗੇ, ਪਰ ਜਦੋਂ ਪਤਾ ਲੱਗ ਗਿਆ ਕਿ ਮੈਂ ਜੀਵਨ ਦੇ ਮਾਰਗ ਤੋਂ ਭੁੱਲਿਆ ਹਾਂ, ਕਿ ਇਹਨਾਂ ਕੰਮਾਂ ਨਾਲ ਜ਼ਿੰਦਗੀ ਵਿੱਚ ਖੁਸ਼ੀ ਨਹੀਂ ਮਿਲੀ, ਆਤਮ ਵਿਕਾਸਤਾ ਨਹੀਂ ਆਈ, ਤੇ ਗੁਰੂ ਦੇ ਚਰਨੀ ਲੱਗ ਗਏ, ਗੁਰੂ ਦੇ ਚਰਨੀ ਜਾ ਲੱਗੇ। ਤੇ ਫਿਰ ਗੁਰੂ ਜੀ ਨੇ ਕੀ ਕੀਤਾ? ਗੁਰੂ ਜੀ ਨੇ ਸ਼ਬਦ ਸੁਣਾਇਆ। ਸ਼ਬਦ ਦਾ ਮਤਲਬ ਉਪਦੇਸ਼, ਵਿਚਾਰਧਾਰਾ। ਤੇ ਗੁਰੂ ਅੰਗਦ ਦੇਵ ਜੀ ਨੇ ਉਸ ਵਿਚਾਰਧਾਰਾ ਨੂੰ ਧਿਆਨ ਨਾਲ ਸੁਣਿਆ, ਉਹਨੂੰ ਵਾਚਿਆ, ਪੜ੍ਹਿਆ, ਮੰਨਿਆ, ਅਪਣਾਇਆ, ਉਸ ਵਿਚਾਰਧਾਰਾ ਵਿੱਚ ਲੀਨ ਹੋ ਗਏ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਕ, ਪਰਿਵਾਰਕ, ਵਿਵਹਾਰਕ ਤੌਰ ਤੇ ਗੁਰੂ ਦੀ ਮੁਕੰਮਲ ਫਿਲਾਸਫੀ ਨੂੰ ਸਮਝਿਆ। 7 ਸਾਲ ਲਗਾਤਾਰ ਸੇਵਾ ਵਿੱਚ ਹਾਜ਼ਰ ਰਹੇ ਔਰ ਉਸ ਵਿਚਾਰਧਾਰਾ ਦੇ ਵਿੱਚ ਲੀਨ ਹੋ ਗਏ। ਤੇ ਫਿਰ ਮਹਾਨਤਾ ਕੀ ਮਿਲੀ? ਦੇਖੋ, ਜਿਹੜੇ ਗੁਰੂ ਨਾਨਕ ਦੇਵ ਜੀ ਬਾਬਰ ਅੱਗੇ ਨਹੀਂ ਝੁਕੇ, ਕੌਡੇ ਅੱਗੇ ਨਹੀਂ ਝੁਕੇ, ਸੱਜਣ ਅੱਗੇ ਨਹੀਂ ਝੁਕੇ, ਜਾਦੂਗਰਾਂ ਅੱਗੇ ਨਹੀਂ ਝੁਕੇ, ਮੱਕੇ ਮਦੀਨੇ ਵਿੱਚ ਜਾ ਕੇ ਨਹੀਂ ਝੁਕੇ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਲਹਿਣਾ ਜੀ ਦੇ ਅੱਗੇ ਝੁਕ ਗਏ, ਉਹਨਾਂ ਅੱਗੇ ਮੱਥਾ ਟੇਕ ਦਿੱਤਾ, ਉਹਨਾਂ ਨੂੰ ਗੁਰਿਆਈ ਗੱਦੀ ਬਖਸ਼ ਕਰਤੀ। ਕਿਉਂ? ਕਿ ਗੁਰੂ ਦੇ ਸ਼ਬਦ ਦੇ ਵਿੱਚ ਲੀਨ ਹੋ ਗਏ ਨਾ। ਗੁਰੂ ਦਾ ਹੁਣ ਭੇਦ ਭਾਵ ਹੀ ਮਿਟ ਗਿਆ। ਸਿੱਖ ਗੁਰੂ, ਗੁਰੂ ਸਿੱਖ ਹੈ, ਇੱਕੋ ਗੁਰੂ ਉਪਦੇਸ਼ ਚਲਾਏ। ਤਾਂ ਜੇ ਕੋਈ ਵਿਛੜਿਆ ਹੋਇਆ ਹੈ, ਜੇ ਕਿਤੇ ਭੁੱਲ ਦਾ ਅਹਿਸਾਸ ਹੋ ਗਿਆ ਹੈ, ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ। ਆਸਾ ਦੀ ਕਿਰਨ ਹੈ, ਕਦੇ ਵੀ ਦੀਵਾ ਜਗ ਸਕਦਾ ਹੈ। ਕਿਸੇ ਹਨੇਰ ਕਮਰੇ ਦੇ ਅੰਦਰ 50 ਸਾਲ ਤੋਂ ਦੀਵਾ ਨਹੀਂ ਜਗਾਇਆ, 50 ਸਾਲ ਤੋਂ ਹਨੇਰਾ ਹੈ, ਤਾਂ ਉੱਥੇ ਜਦੋਂ ਦੀਵਾ ਜਗਾਓਗੇ ਉਸੇ ਪਲ ਚਾਨਣ ਹੋ ਜਾਏਗਾ। ਤਾਂ ਅੱਗੇ ਅਸੀਂ ਦੇਖਦੇ ਹਾਂ ਗੁਰੂ ਅਮਰਦਾਸ ਜੀ ਤੀਰਥਾਂ ਤੇ ਜਾਂਦੇ ਨੇ, ਤੀਰਥਾਂ ਤੇ ਇਸ਼ਨਾਨ ਕਰਦੇ ਨੇ, ਪੁੰਨ ਦਾਨ ਕਰਦੇ ਨੇ। ਇਹੀ ਜ਼ਿੰਦਗੀ ਸੀ, ਤੀਰਥ ਹੀ ਉਹਨਾਂ ਦਾ ਜੀਵਨ ਦਾ ਸਾਧਨ ਸੀ। ਪਰ ਜਦੋਂ ਕਿਸੇ ਨੇ ਇਹ ਗੱਲ ਕਹਿ ਦਿੱਤੀ ਕਿ ਮੈਂ ਤੇ ਨਗੁਰੇ ਦੇ ਹੱਥੋਂ ਪਾਣੀ ਪੀ ਲਿਆ, ਮੇਰੀ ਤੇ ਜ਼ਿੰਦਗੀ ਖਰਾਬ ਹੋ ਗਈ, ਤੇ ਸਮਝ ਆਈ ਕਿ ਗੁਰੂ ਦੀ ਵੀ ਕੋਈ ਮਹਾਨਤਾ ਹੈ। ਫਿਰ ਘਰ ਜਾ ਕੇ ਜਦੋਂ ਬੀਬਾ ਜੀ ਤੋਂ ਬਾਣੀ ਸੁਣੀ, ਤੇ ਫਿਰ ਸਮਝ ਆਈ। ਗੁਰੂ ਅੰਗਦ ਦੇਵ ਦੇ ਚਰਨਾਂ ਵਿੱਚ ਗਏ, ਉੱਥੇ ਗੁਰੂ ਦੀ ਵਿਚਾਰਧਾਰਾ ਨੂੰ ਸੁਣਿਆ, ਤੇ ਜਿਸ ਨੂੰ ਲੋਕ ਕਹਿੰਦੇ ਸਨ ਨਾ ਅਮਰੂ ਨਥਾਵਾਂ, ਉਹ ਬਾਬਾ ਅਮਰਦਾਸ, ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਤਰਿਆਂ ਦੀ ਧਿਰ, ਨਿਆਸਰਿਆਂ ਦੇ ਆਸਰੇ, ਨਿਚੀਜਿਆਂ ਨੂੰ ਚੀਜ਼ ਕਰਨ ਵਾਲੇ, ਸਤ ਵਸਤੂ ਦੇ ਬਖਤਾ, ਤਤ ਵਸਤੂ ਦੇ ਦਾਤਾ ਹੋ ਗਏ। ਕਿਉਂਕਿ ਗੁਰੂ ਦੇ ਸ਼ਰਨਾਂ ਵਿੱਚ ਆ ਗਏ ਨਾ, ਤੇ ਗੁਰੂ ਨੇ ਸ਼ਬਦ ਸੁਣਾਇਆ। ਇਸ ਲਈ ਕਹਿੰਦੇ ਨੇ ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਫਿਰ ਜੇ ਕੋਈ ਗੁਰੂ ਦੇ ਪਾਵਨ ਚਰਨਾਂ ਦੇ ਵਿੱਚ ਆ ਜਾਂਦਾ ਹੈ, ਤਾਂ ਗੁਰੂ ਉਹਨੂੰ ਉਪਦੇਸ਼ ਦਿੰਦਾ ਹੈ। ਕਹੇ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨਾ ਪਾਏ। ਗੁਰੂ ਜੀ ਕਹਿੰਦੇ ਨੇ ਪਿਆਰਿਓ, ਹੁਣ ਤੁਸੀਂ ਆਪ ਵੀ ਵਿਚਾਰ ਕੇ ਵੇਖ ਲਓ, ਆਪ ਵਿਚਾਰ ਕੇ ਵੇਖ ਲਓ ਕਿ ਬਿਨਾਂ ਸਤਿਗੁਰ ਤੋਂ, ਬਿਨਾਂ ਗੁਰੂ ਦੇ ਗਿਆਨ ਤੋਂ, ਬਿਨਾਂ ਸੱਚ ਦੇ ਰਾਹ ਤੋਂ ਤੁਰਿਆ ਕੋਈ ਮੁਕਤੀ ਪਾ ਸਕਦਾ ਹੈ? ਹੁਣ ਇਹਨਾਂ ਚੀਜ਼ਾਂ ਨੂੰ ਆਪ ਵਿਚਾਰ ਲਓ। ਕਹੇ ਨਾਨਕ ਵਿਚਾਰ ਦੇਖੋ, ਆਪ ਵਿਚਾਰ ਕੇ ਵੇਖ ਲਓ। ਕਿੰਨੀ ਖੁੱਲ੍ਹ ਦੇ ਰਹੇ ਨੇ ਨਾ। ਖੁੱਲੇ ਦਿਲ ਨਾਲ ਵਿਚਾਰੋ, ਵਿਸ਼ਾਲ ਸੋਚ ਦੇ ਨਾਲ ਵਿਚਾਰੋ। ਬ੍ਰਹਿਮੰਡੀ ਟਰੁੱਥ,
यूनीवर्सल ट्रुथ ਨੂੰ ਬੇਸ ਬਣਾ ਕੇ ਇਹਨਾਂ ਚੀਜ਼ਾਂ ਨੂੰ ਵਿਚਾਰੋ, ਚੌੜੀ ਮਾਨਸਿਕਤਾ ਨਾਲ, ਵਿਸ਼ਾਲ ਗਿਆਨ ਨਾਲ ਵਿਚਾਰ ਕੇ ਵੇਖ ਲਓ ਕਿ ਐਸੀ ਜ਼ਿੰਦਗੀ ਜੀਣ ਤੋਂ ਬਿਨਾਂ ਕੋਈ ਮੁਕਤੀ ਪਾ ਸਕਦਾ? ਕਿਉਂ ਜੀ, ਨਹੀਂ ਪਾ ਸਕਦਾ ਨਾ। ਸਿਰ ਹਿਲਾਓਗੇ ਮੈਨੂੰ ਪਤਾ ਲੱਗ ਜਾਏਗਾ ਕੀ ਕਹਿਣਾ ਚਾਹੁੰਦੇ ਹੋ। ਨਹੀਂ ਪਾ ਸਕਦਾ, ਹਕੀਕਤ ਹੈ। ਤਾਂ ਫਿਰ ਦੇਖੋ, ਜੇ ਅਸੀਂ ਆਨੰਦ ਪਾਣਾ ਚਾਹੁੰਦੇ ਹਾਂ ਤੇ ਜ਼ਿੰਦਗੀ ਉਹ ਜੀ ਰਹੇ ਹਾਂ ਜਿਸ ਰਾਹੀਂ ਆਨੰਦ ਮਿਲ ਹੀ ਨਹੀਂ ਸਕਦਾ, ਤਾਂ ਫਿਰ ਆਨੰਦ ਕਿਵੇਂ ਮਿਲੇਗਾ? ਜੇ ਲੰਗਰ ਬਣਿਆ ਹੋਵੇ, ਭੁੱਖ ਲੱਗੀ ਹੋਵੇ, ਅਸੀਂ ਕਹੀਏ ਭੁੱਖ ਲੱਗੀ ਤੇ ਕੋਈ ਕਹੇ ਵੀ ਭੁੱਖ ਲੱਗੀ ਤੇ ਲੰਗਰ ਤਿਆਰ ਹੈ ਛਕ ਲੈ, ਤੇ ਜੇ ਕੋਈ ਕਹੇ ਵੀ ਲੰਗਰ ਤੇ ਮੈਂ ਨਹੀਂ ਖਾਣਾ, ਤੇ ਭੁੱਖ ਮਿਟਾਣੀ ਹੈ ਤਾਂ ਕਿਵੇਂ ਮਿਟੇਗੀ? ਜੇ ਕੋਈ ਬੰਦਾ ਕਹੇ ਕਿ ਆ ਯਾਰ ਬਦਬੂ ਬੜੀ ਆ ਰਹੀ ਹੈ, ਮੈਂ ਬਦਬੂ ਨਹੀਂ ਲੈਣੀ ਚਾਹੁੰਦਾ, ਤੇ ਕੋਈ ਕਹੇ ਵੀ ਇੱਥੇ ਤੇ ਰੂੜੀਆਂ ਦਾ ਢੇਰ ਹੈ, ਗੰਦਗੀ ਪਈ ਹੈ, ਇੱਥੇ ਤੇ ਬਦਬੂ ਹੀ ਆਏਗੀ, ਹੈ ਹੀ ਬਦਬੂ, ਇੱਥੋਂ ਦੂਰ ਚਲਾ ਜਾ। ਤੇ ਕੋਈ ਕਹੇ ਨਾ ਦੂਰ ਤੇ ਨਹੀਂ ਮੈਂ ਜਾਣਾ, ਬਹਿਣਾ ਤੇ ਮੈਂ ਕੁਰਸੀ ਡਾ ਕੇ ਰੂੜੀਆਂ 'ਚ, ਪਰ ਬੋ ਨਹੀਂ ਲੈਣੀ, ਤਾਂ ਐਵੇਂ ਥੋੜੀ ਹੋਏਗਾ। ਤੇ ਜੇ ਕੋਈ ਬੰਦਾ ਸੁਗੰਧ ਆ ਰਹੀ ਹੈ ਗੁਲਾਬ ਦੇ ਫੁੱਲਾਂ ਦੀ, ਤੇ ਕਵੇ ਮੈਂ ਸੁਗੰਧ ਨਹੀਂ ਲੈਣਾ ਚਾਹੁੰਦਾ, ਤੇ ਉਹਨੂੰ ਕਹਿਣਾ ਪਵੇਗਾ ਨਾ ਕਿ ਗੁਲਾਬ ਦੇ ਇੱਥੇ ਪਾਰਕ ਹੈ, ਇੱਥੋਂ ਤੇ ਤੈਨੂੰ ਦੂਰ ਚਲਾ ਜਾ, ਜਿੱਥੇ ਜਿਹੜੀ ਚੀਜ਼ ਹੈ ਉੱਥੇ ਹੀ ਮਿਲੇਗੀ ਨਾ। ਜਿਹੜੀ ਚੀਜ਼ ਜਿੱਥੇ ਹੈ ਹੀ ਨਹੀਂ ਕਿਵੇਂ ਲਓਗੇ ਉੱਥੋਂ? ਤਾਂ ਜਿਹੜੀਆਂ ਖੁਸ਼ੀਆਂ ਗੁਣਾਂ ਦੇ ਵਿੱਚ ਨੇ, ਆਨੰਦ ਤੇ ਗੁਣਾਂ ਚੋਂ ਮਿਲੇਗਾ, ਆਨੰਦ ਤੇ ਗੁਰੂ ਦੇ ਚਰਨਾਂ ਚੋਂ ਮਿਲਣਾ ਹੈ, ਕਿਉਂਕਿ ਹੈ ਹੀ ਉੱਥੇ ਨਾਨਕ ਕੇ ਕਰ ਕੇਵਲ ਨਾਮ, ਖੁਸ਼ੀਆਂ ਹੈ ਹੀ ਇੱਥੇ ਨੇ। ਤੇ ਜੇ ਤੁਸੀਂ ਇਹ ਆਨੰਦ ਲੈਣਾ ਚਾਹੋ ਭਾਈ ਕਿਸੇ ਬਾਬੇ ਦੇ ਡੇਰੇ ਤੋਂ, ਤਾਂ ਉੱਥੋਂ ਤੇ ਸੇਬ ਮਿਲ ਜਾਣਗੇ, ਵੀ ਸੇਬਾਂ ਨਾਲ ਮੁੰਡੇ ਹੋ ਜਾਣਗੇ, ਸੇਬ ਮਿਲ ਜਾਣਗੇ, ਉੱਥੋਂ ਸੇਬ ਲੈ ਆਓ। ਉੱਥੋਂ ਤੇ ਜਲ ਮਿਲ ਜਾਣਾ, 2 ਬੋਤਲਾਂ 51 ਪੌਂਡ ਦੇ ਕੇ ਜਲ ਲੈ ਆਓ। ਉੱਥੇ ਤੇ ਜਿਹੜੇ ਕਰਮ ਹੈ ਨੇ ਉਹ ਵੀ ਮਿਲਣੇ, ਕਰਮ ਕਾਂਡ। ਉਹ ਕਹਿਣਗੇ ਵੀ 4 ਐਤਵਾਰ ਆ ਜਾਇਆ ਕਰ ਮੱਥਾ ਟੇਕਣ। ਤਾਂ ਆਨੰਦ ਜਿੱਥੇ ਹੈ ਹੀ ਨਹੀਂ ਮਿਲੇਗਾ ਕਿਵੇਂ? ਤਾਂ ਗੁਰੂ ਜੀ ਕਹਿੰਦੇ ਨੇ, ਕਹਿ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨਾ ਪਾਏ, ਕਿ ਹੇ ਗੁਰੂ ਪਿਆਰੇ ਸਿੱਖੋ, ਆਪ ਵੀ ਵਿਚਾਰ ਕੇ ਵੇਖ ਲਓ, ਬਿਨਾਂ ਗੁਰੂ ਤੋਂ ਆਨੰਦ ਨਹੀਂ ਮਿਲਦਾ। ਤਾਂ ਹੁਣ ਗੁਰੂ ਅਮਰਦਾਸ ਜੀ ਅਗਲੀ ਪਾਵਨ ਪੌੜੀ ਵਿੱਚ ਇੱਕ ਸੱਦਾ ਦੇ ਰਹੇ ਨੇ ਸਾਨੂੰ ਸਾਰਿਆਂ ਨੂੰ, ਜਿਹੜੇ ਵੀ ਆਨੰਦ ਮਾਨਣਾ ਚਾਹੁੰਦੇ ਨੇ, ਤੇ ਉਹਨਾਂ ਨੂੰ ਕਹਿ ਰਹੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਕਿ ਹੇ ਗੁਰੂ ਦੇ ਪਿਆਰੇ ਸਿੱਖੋ, ਆਓ ਤੇ ਗੁਰੂ ਦੀ ਬਾਣੀ ਗਾਓ। ਦੇਖੋ ਕਿੰਨਾ ਪਿਆਰਾ ਸ਼ਬਦ ਵਰਤ ਰਹੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਪਿਆਰਾ ਸ਼ਬਦ ਕਹਿ ਰਹੇ ਨੇ। ਅਸੀਂ ਲੋਕਾਂ ਨੂੰ ਕਹਿੰਦੇ ਨਾ ਆਈ ਲਵ ਯੂ, ਗੁਰੂ ਜੀ ਕਹਿ ਰਹੇ ਨੇ ਤੁਹਾਨੂੰ ਪਿਆਰਾ ਸ਼ਬਦ। ਦੇਖੋ ਜਿੰਨੇ ਵੀ ਅਸੀਂ ਵੀਰ ਭੈਣਾਂ ਬੈਠੇ ਆ, ਕਿਸੇ ਇੱਕ ਦੇ ਵੀਰ ਭੈਣ ਨੂੰ ਛੱਡ ਕੇ ਫੇਸਬੁੱਕ ਤੇ ਸਾਰਿਆਂ ਦੀ ਪ੍ਰੋਫਾਈਲ ਬਣੀ ਨਾ, ਅਕਾਊਂਟ ਬਣੇ ਨੇ। ਸਾਨੂੰ ਕੋਈ ਫਰੈਂਡ ਰਿਕੁਐਸਟ ਭੇਜਦਾ ਤੇ ਅਸੀਂ ਉਹਨੂੰ ਨਾਲ ਹੀ ਕਨਫਰਮ ਕਰ ਦਿੰਦੇ ਆ। ਮੈਂ ਤਾਂ ਬਿਨਾਂ ਵੇਖਿਆ ਤੋਂ ਕਰ ਦਿੰਦਾ ਕਨਫਰਮ। ਜੇ ਬਾਅਦ ਦੇ ਵਿੱਚ ਕੋਈ ਗਲਤ ਕਮੈਂਟ ਕਰੇ ਜਾਂ ਉਹਦੀ ਪ੍ਰੋਫਾਈਲ ਗਲਤ ਹੋਈ ਤੇ ਬਲੌਕ ਕਰ ਦੋ, ਉਹ ਇੱਕ ਵੱਖਰਾ ਟੌਪਿਕ ਹੈ। ਸਾਨੂੰ ਕੋਈ ਫਰੈਂਡ ਰਿਕੁਐਸਟ ਭੇਜਦਾ ਤੇ ਅਸੀਂ ਉਹਨੂੰ ਅਸੈਪਟ ਕਰ ਲੈਂਦੇ ਆ, ਹਾਲਾਂਕਿ ਅਸੀਂ ਉਸ ਬੰਦੇ ਨੂੰ, ਵੀਰ ਨੂੰ, ਭੈਣ ਨੂੰ ਜਾਣਦੇ ਨਹੀਂ ਹੁੰਦੇ। 5-5 ਹਜ਼ਾਰ ਫਰੈਂਡ ਹੈ ਹੀ ਨੇ, ਸਾਰਿਆਂ ਦੇ ਹੋਏ ਪਏ। ਉਸ ਤੋਂ ਇਲਾਵਾ ਪੇਜ ਨੇ। ਫਰੈਂਡ ਰਿਕੁਐਸਟ ਕੋਈ ਭੇਜਦਾ, ਅਸੀਂ ਅਸੈਪਟ ਕਰ ਲੈਂਦੇ ਆ। ਸਾਨੂੰ ਨਹੀਂ ਪਤਾ ਕਿ ਉਹ ਬੰਦਾ ਕੈਸਾ ਹੈ, ਉਹ ਖਤਰਨਾਕ ਵੀ ਹੋ ਸਕਦਾ ਹੈ, ਚੰਗਾ ਵੀ ਹੋ ਸਕਦਾ ਹੈ, ਮਾੜਾ ਵੀ ਹੋ ਸਕਦਾ ਹੈ, ਸ਼ਰਾਬੀ ਵੀ ਹੋ ਸਕਦਾ ਹੈ, ਅੰਮ੍ਰਿਤਧਾਰੀ ਵੀ ਹੋ ਸਕਦਾ ਹੈ, ਭਲਾ ਵੀ ਹੋ ਸਕਦਾ ਹੈ, ਬੁਰਾ ਵੀ ਹੋ ਸਕਦਾ ਹੈ, ਚੋਰ ਵੀ ਹੋ ਸਕਦਾ ਹੈ, ਸਿਪਾਹੀ ਵੀ ਹੋ ਸਕਦਾ ਹੈ, ਕੋਈ ਵੀ ਹੋ ਸਕਦਾ ਹੈ ਸਾਨੂੰ ਖਰਾਬ ਹੀ ਕੱਲ ਨੂੰ ਕਰੇ। ਤੇ ਜੇ ਗੁਰੂ ਸਾਨੂੰ ਫਰੈਂਡ ਰਿਕੁਐਸਟ ਭੇਜੇ ਤੇ ਅਸੀਂ ਉਹਨੂੰ ਕਨਫਰਮ ਨਾ ਕਰੀਏ, ਮੂਰਖਤਾ ਹੈ ਨਾ। ਜਿਸ ਗੁਰੂ ਨੇ ਤੱਤੀ ਤਵੀ ਤੇ ਬਹਿ ਕੇ ਸਾਨੂੰ ਸੁੱਖ ਦਿੱਤਾ ਹੋਵੇ, ਜਿਹੜਾ ਗੁਰੂ ਸਾਡੇ ਵਾਸਤੇ ਚਾਂਦਨੀ ਚੌਕ ਵਿੱਚ ਸ਼ੀਸ਼ ਲਵਾ ਗਿਆ ਹੋਵੇ, ਜਿਸ ਗੁਰੂ ਨੇ ਆਪਣੇ ਨੌਜਵਾਨ ਬੱਚਿਆਂ ਨੂੰ ਸਾਡੇ ਵਾਸਤੇ ਸਾਹਮਣੇ ਸ਼ਹੀਦ ਕਰਾਇਆ ਹੋਵੇ, ਤੇ ਜਿਸ ਗੁਰੂ ਨੇ ਆਪਣੇ ਮਾਸੂਮ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣਾਇਆ ਹੋਏ ਸਾਡੇ ਵਾਸਤੇ, ਕਦੀ ਸਰਹੰਦ ਜਾਓ ਨਾ, ਤਾਂ ਉਸ ਬੁਰਜ ਦੇ ਥੱਲੇ ਜ਼ਰੂਰ ਜਾਇਓ ਜਿਸ ਬੁਰਜ ਵਿੱਚ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਰੱਖਿਆ ਗਿਆ ਸੀ। ਸਿਆਲ ਦੇ ਦਿਨਾਂ ਵਿੱਚ ਬਰਸਾਤ ਪੈਂਦੀ ਹੈ, ਸਿਆਲ ਦੇ ਦਿਨ ਨੇ, ਠੱਕਾ ਵਗ ਰਿਹਾ ਹੈ ਔਰ ਸਰਦੀ ਦੇ ਨਾਲ ਜਾਨ ਨਿਕਲ ਰਹੀ ਹੈ। ਐਸੀ ਠੰਡ ਦੇ ਅੰਦਰ ओढ़ण वास्ते कोई कपड़ा नहीं, खाण पीण वास्ते कुछ नहीं। माता जी अपने मासूम पोतरिਆਂ ਨੂੰ ਲੈ ਕੇ ਬੁਰਜ ਵਿੱਚ ਬੈਠੇ ਤੇ ਉੱਥੇ ਸ਼ਰਧਾ ਦੇ ਨਾਲ, ਪਿਆਰ ਦੇ ਨਾਲ ਨਾ ਅਰਦਾਸ ਕਰਿਓ ਇੱਕ,
ਅੰਤਰ ਆਤਮੇ ਅੱਖਾਂ ਬੰਦ ਕਰਕੇ ਨਾ ਪੁੱਛਿਆ ਜੇ ਕਿ ਹੇ ਮਾਂ ਗੂਜਰੀ, ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਜਾਂ ਚਾਹੁੰਦੀ ਹਾਂ ਕਿ ਮਾਤਾ, ਹਰ ਇਨਸਾਨ ਆਪਣੇ ਬੱਚਿਆਂ ਨੂੰ ਰਾਜ ਸਿੰਘਾਸਨ ਤੱਕ ਪਹੁੰਚਾਉਣਾ ਚਾਹੁੰਦਾ ਹੈ। ਹਰ ਇਨਸਾਨ ਆਪਣੇ ਬੱਚਿਆਂ ਨੂੰ ਸੁਖ ਸ਼ਾਂਤੀ ਆਨੰਦ ਮੰਗਲ ਖੇੜਿਆਂ ਵਾਲੀ ਜ਼ਿੰਦਗੀ ਦੇਣਾ ਚਾਹੁੰਦਾ ਹੈ। ਤੇ ਹੇ ਮਾਂ, ਤੂੰ ਕੈਸੀ ਦਾਦੀ ਕਿ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਬੁਰਜ ਵਿੱਚ ਬਹਿ ਗਈ ਤੇ ਫਿਰ ਉਹਨਾਂ ਨੂੰ ਐਸੀ ਸਿੱਖਿਆ ਦਿੱਤੀ ਕਿ ਉਹ ਨੀਹਾਂ ਵਿੱਚ ਚਿਣੇ ਗਏ ਤੇ ਤੂੰ ਆਪ ਵੀ ਇੱਥੇ ਸ਼ਹੀਦੀ ਪਾ ਗਈ। ਤੂੰ ਆਪਣੇ ਮਾਸੂਮ ਬੱਚਿਆਂ ਨੂੰ ਕਿਉਂ ਨੀਹਾਂ ਵਿੱਚ ਚਿਣਾ ਦਿੱਤਾ? ਤੇ ਫਿਰ ਨਾ ਜ਼ਮੀਰ ਜਾਗਦੀ ਹੋਏਗੀ ਨਾ ਤਾਂ ਅੰਦਰੋਂ ਆਵਾਜ਼ ਆਏਗੀ, ਆਵਾਜ਼ ਸੁਣਾਈ ਦੇਵੇਗੀ। ਅੰਦਰੋਂ ਆਵਾਜ਼ ਆਏਗੀ ਬੁਰਜ ਵਿੱਚੋਂ, ਮੇਰੀ ਧੀਏ, ਮੇਰੇ ਸਿੱਖ ਪੁੱਤਰਾ, ਮੈਂ ਚਾਹੁੰਦੀ ਸਾਂ ਕਿ ਤੂੰ ਮਹੱਲਾਂ ਦੇ ਵਿੱਚ ਵਸੇ। ਤੇਰੇ ਪੋਤਰੀਆਂ ਪੋਤਰੇ ਐਸੇ ਮਹੱਲਾਂ ਦੇ ਵਿੱਚ ਰਹਿਣ ਜਿਨ੍ਹਾਂ ਦੀ ਨੀਂਹ ਬੜੀ ਮਜ਼ਬੂਤ ਹੋਵੇ, ਜਿੱਥੇ ਤੂੰ ਛਾਤੀ ਚੌੜੀ ਕਰਕੇ ਤੁਰ ਸਕੇ ਮਾਣ ਦੇ ਨਾਲ। ਤੇਰੇ ਪੋਤਰੀਆਂ ਪੋਤਰੇ ਕੈਨੇਡਾ ਇੰਗਲੈਂਡ ਪੱਕੇ ਹੋ ਸਕਣ, MLA MP ਪ੍ਰਧਾਨ ਮੰਤਰੀ ਬਣ ਸਕਣ, ਰਾਜ ਦਾ ਆਨੰਦ ਮਾਣ ਸਕਣ। ਇਸ ਕਰਕੇ ਮੈਂ ਆਪਣੇ ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਚਿਣਾ ਗਈ ਸਾਂ, ਤੇਰੇ ਪੋਤਰਿਆਂ ਵਾਸਤੇ ਮਹੱਲਾਂ ਦੀਆਂ ਨੀਹਾਂ ਮਜ਼ਬੂਤ ਕਰਨ ਲਈ। ਤੇ ਐਸਾ ਗੁਰੂ ਜਿਨੇ ਆਪਣੇ ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਚਿਣਾਇਆ ਹੋਵੇ ਤੇ ਉਹ ਗੁਰੂ ਭੇਜੇ ਫਰੈਂਡ ਰਿਕੁਐਸਟ ਤੇ ਅਸੀਂ ਆਖੀਏ ਅਸੀਂ ਤੇਰੇ ਮਿੱਤਰ ਨਹੀਂ ਬਣਨਾ। ਇਸ ਤੋਂ ਵੱਡੀ ਬਦਕਿਸਮਤੀ ਕੀ ਹੋਰ ਹੋ ਸਕਦੀ ਹੈ? ਗੁਰੂ ਜੀ ਕਹਿਣ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਪਿਆ ਸਿੱਖਾਂ ਮੈਂ ਤੈਨੂੰ ਜੱਫੀ ਪਾਵਾਂ, ਆ ਮੇਰੀ ਗੋਦ ਵਿੱਚ ਬਹਿ ਤੇ ਆ ਮਿਲ ਕੇ ਬਾਣੀ ਗਾਈਏ। ਤੇ ਸਿੱਖ ਕਵੇ, ਨਾ ਜੀ ਮੈਂ ਤੇ ਚੱਲਿਆ ਫਿਲਮ ਦੇਖਣ, ਝੂਠ ਬੋਲੇ ਕਊਆ ਕਾਟੇ, ਮੈਂ ਤੇ ਉਹ ਸੁਣਨਾ। ਤੇ ਸਿੱਖ ਕਵੇ, ਨਾ ਸਤਿਗੁਰੂ ਮੈਂ ਤੇ ਨਹੀਂ ਤੇਰੀ ਬਾਣੀ ਸੁਣਨੀ, ਮੈਂ ਤੇ ਉੱਥੇ ਉਹ ਬੀਬੀਆਂ ਚਾਰ ਬੈਠੀਆਂ ਨੇ ਬੰਦੇ ਤੇ ਉੱਥੇ ਚੁਗਲੀਆਂ ਸੁਣਾਂਗਾ ਜਾ ਕੇ ਕਿਸੇ ਦੀ। ਬਦਕਿਸਮਤੀ ਹੈ ਨਾ। ਤੇ ਫਿਰ ਕਿੱਥੋਂ ਸੁੱਖ, ਕਿੱਥੋਂ ਸ਼ਾਂਤੀ, ਕਿੱਥੋਂ ਆਨੰਦ? ਤਾਂ ਹੁਣ ਗੁਰੂ ਜੀ ਕਹਿ ਰਹੇ ਨੇ ਵੀ ਹੇ ਗੁਰੂ ਦੇ ਪਿਆਰੇ ਸਿੱਖੋ, ਆਓ ਸਨਮੁਖ ਹੋ ਜਾਓਗੇ, ਮੁਖ ਉਜਲਾ ਹੋ ਜਾਏਗਾ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਸੱਚੀ ਬਾਣੀ ਸਦਾ ਸਿਫਤ ਸਲਾਹ ਦੀ ਬਾਣੀ, ਯੂਨੀਵਰਸਲ ਟਰੁੱਥ। ਗਾਓ ਦਾ ਮਤਲਬ ਇਹਨੂੰ ਮਨ ਬਚਨ ਕਰਕੇ ਅਪਣਾਓ। ਮਾਨਸਿਕਤਾ ਵਿੱਚ ਵੀ ਬਾਣੀ ਹੋਵੇ, ਬੋਲਾਂ ਵਿੱਚ ਵੀ ਬਾਣੀ ਹੋਵੇ, ਵਿਹਾਰ ਵੀ ਬਾਣੀ ਵਾਲਾ ਹੋਵੇ। ਆਓ ਪਿਆਰੇ ਸਿੱਖੋ। ਹੁਣ ਗੁਰੂ ਜੀ ਤੇ ਸਾਡੇ ਨਾਲ ਪਿਆਰ ਕਰਨਾ ਚਾਹੁੰਦੇ ਨੇ ਨਾ, ਸਾਡੀ ਮਰਜ਼ੀ ਹੈ ਕਿ ਅਸੀਂ ਹੁਣ ਆਨੰਦ ਮਾਨਣਾ ਹੈ ਜਾਂ ਕਿ ਅਸੀਂ ਭਾਈ ਕਿਸੇ ਬਾਬੇ ਦੇ ਜਾ ਕੇ ਸੁਣਨਾ ਹੈ ਬਚਨ, ਕਿੱਥੇ ਜਾਣਾ ਹੈ ਤਾਂ ਆਪਣਾ ਫੈਸਲਾ ਹੈ ਨਾ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਗੁਰੂ ਦੀ ਬਾਣੀ ਗਾਓ। ਬਾਣੀਆਂ ਸਿਰ ਬਾਣੀ, ਜੋ ਸਭ ਬਾਣੀਆਂ ਤੋਂ ਸਿਰਮੌਰ ਹੈ, ਜੋ ਸਭ ਤੋਂ ਮਹਾਨ ਹੈ, ਯੂਨੀਵਰਸਲ ਟਰੁੱਥ ਹੈ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਸੀ, ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਦ ਜੁਗਾਦੀ ਹੈ, ਸਰਬ ਸਾਂਝੀ ਹੈ, ਸਰਬ ਦੇਸ਼ੀ ਹੈ, ਸਰਬ ਕਾਲੀ ਹੈ। ਸਰਬ ਸਾਂਝੀ ਦਾ ਮਤਲਬ ਕੋਈ ਵੀ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਾਲਾ, ਗੋਰਾ, ਅਮੀਰ, ਗਰੀਬ, ਪੜ੍ਹਿਆ, ਅਨਪੜ੍ਹ, ਬੱਚੀ, ਬੱਚਾ, ਜਵਾਨ, ਕੋਈ ਵੀ ਰਾਜਾ ਪ੍ਰਜਾ ਅਪਣਾ ਸਕਦਾ ਹੈ, ਬਾਣੀ ਪੜ੍ਹ ਕੇ ਅਮਲ ਕਰ ਸਕਦਾ ਹੈ। ਸਰਬ ਸਾਂਝੀ ਹੈ। ਸਰਬ ਦੇਸ਼ੀ ਦਾ ਮਤਲਬ ਹਰ ਥਾਂ ਤੇ, ਇੰਡੀਆ ਹੈ ਜਾਂ ਪਾਕਿਸਤਾਨ, ਰਸ਼ੀਆ, ਕੈਨੇਡਾ ਜਾਂ ਅਮਰੀਕਾ ਹੈ, ਕੱਲ ਨੂੰ ਮੰਗਲ ਗ੍ਰਹਿ ਤੇ ਕਲੋਨੀਆਂ ਵਸਦੀਆਂ ਨੇ, ਉੱਥੇ ਵੀ ਇਹ ਸਿਧਾਂਤ ਲਾਗੂ ਹੋਣਗੇ। ਸਰਬ ਦੇਸ਼ੀ ਹੈ। ਤੇ ਸਰਬਕਾਲੀ ਦਾ ਮਤਲਬ ਯੂਨੀਵਰਸਲ ਟਰੁੱਥ ਹੈ। ਬੀਤ ਗਏ ਸਮੇਂ ਵਿੱਚ ਵੀ ਇਹ ਸਿਧਾਂਤ ਸੱਚ ਸਨ, ਅੱਜ ਵੀ, ਆਉਣ ਵਾਲੇ ਸਮੇਂ ਦੇ ਅੰਦਰ ਵੀ। ਇਸ ਲਈ ਇਹ ਸਿਰਮੌਰ ਸਿਧਾਂਤ ਨੇ, ਇਹਨਾਂ ਨੂੰ ਗਾਓ, ਇਹਨਾਂ ਨੂੰ ਅਪਣਾਓ। ਬਾਣੀਆਂ ਸਿਰ ਬਾਣੀ ਦਾ ਮਤਲਬ ਕਿ ਸਾਰੀ ਵਿਚਾਰਧਾਰਾ ਜਿੰਨੀ ਵੀ ਅੱਜ ਤੱਕ ਦੀ ਹੈ, ਸਭ ਤੋਂ ਮਹਾਨ ਵਿਚਾਰਧਾਰਾ ਹੈ, ਯੂਨੀਵਰਸਲ ਟਰੁੱਥ ਹੈ। ਰੱਬ ਦੇ ਵਿੱਚ ਮਿਲਾ ਦੇਣ ਵਾਲੇ ਸਿਧਾਂਤ ਨੇ ਇਹ। ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਉਹਨਾਂ ਦੇ ਹਿਰਦੇ ਦੇ ਅੰਦਰ ਇਹ ਸਮਾ ਜਾਂਦੀ ਹੈ ਜਿਨ੍ਹਾਂ ਦੇ ਉੱਤੇ ਰਹਿਮਤ ਔਰ ਬਖਸ਼ਿਸ਼। ਹਿਰਦੇ ਦਾ ਮਤਲਬ ਮੈਂਟੈਲਿਟੀ, ਮਾਨਸਿਕਤਾ, ਸੋਚ, ਉਹਨਾਂ ਦੀ ਸੋਚ ਵਿੱਚ ਸਮਾ ਜਾਂਦੀ ਹੈ। ਤੇ ਇਹ ਚੀਜ਼ਾਂ ਦੋਵੇਂ ਇੰਟਰ ਰਿਲੇਟਿਡ ਨੇ। ਰਹਿਮਤ ਔਰ ਬਾਣੀ ਦਾ ਸਮਾ ਜਾਣਾ। ਜਿਸ ਦੀ ਮੈਂਟੈਲਿਟੀ ਦੇ ਅੰਦਰ ਬਾਣੀ ਸਮਾ ਜਾਏਗੀ, ਉਹ ਰੱਬ ਦੀ ਰਹਿਮਤ ਦਾ ਪਾਤਰ ਬਣ ਜਾਏਗਾ। ਤੇ ਜੋ ਰੱਬ ਦੀ ਰਹਿਮਤ ਦਾ ਪਾਤਰ ਬਣੇਗਾ, ਉਹਦੇ ਹਿਰਦੇ ਵਿੱਚ ਬਾਣੀ ਸਮਾਏਗੀ
ਤਾਂ ਇਹਦਾ ਮਤਲਬ ਬਾਣੀ ਦਾ ਹਿਰਦੇ ਵਿੱਚ ਸਮਾ ਜਾਣਾ ਹੀ ਰੱਬ ਦੀ ਰਹਿਮਤ ਹੈ। ਜਿਹੜਾ ਮਰਜ਼ੀ ਪਾ ਲਵੇ। ਹੁਣ ਦੇਖੋ ਰੱਬ ਦੀ ਰਹਿਮਤ ਵਾਸਤੇ ਕਿੰਨਾ ਖੁੱਲਾ ਰਾਹ ਹੈ ਔਰ ਕਿੰਨਾ ਸੌਖਾ ਹੈ। ਇਸ ਬਾਣੀ ਮੁਤਾਬਕ ਸੋਚ ਬਣਾ ਲਓ, ਰੱਬ ਦੀ ਰਹਿਮਤ ਹੋ ਜਾਏਗੀ। ਇਹੀ ਰੱਬ ਦੀ ਰਹਿਮਤ ਹੈ, ਇਹੀ ਰੱਬ ਦੀ ਕਿਰਪਾ ਹੈ। ਪਰ ਕਿਉਂਕਿ ਬੰਦਾ ਬੜਾ ਚਲਾਕ ਹੈ, ਇਹਦੇ ਕੋਲ ਚੋਰ ਮੋਰੀਆਂ ਨੇ ਬੜੀਆਂ, ਔਰ ਇਹ ਚੋਰ ਮੋਰੀਆਂ ਆਪਣੇ ਨੁਕਸਾਨ ਵਾਸਤੇ ਵਰਤਦਾ ਹੈ। ਵੈਸੇ ਤੇ ਆਪਣੇ ਫਾਇਦੇ ਲਈ ਵਰਤਦਾ, ਪਰ ਹੁੰਦਾ ਇਹਦਾ ਨੁਕਸਾਨ। ਚੋਰ ਮੋਰੀਆਂ ਕਿਵੇਂ ਨੇ? ਜਿਵੇਂ ਹੁਣ ਟੈਕਸ ਹੈ ਨਾ, ਗਵਰਨਮੈਂਟਾਂ ਨੇ ਲਗਾਇਆ ਹੁੰਦਾ ਹੈ ਮਨੁੱਖਤਾ ਦੇ ਭਲੇ ਵਾਸਤੇ, ਦੇਸ਼ ਦੇ ਭਲੇ ਵਾਸਤੇ। ਗੱਲ ਵੱਖਰੀ ਹੈ ਵੀ ਕੌਣ ਕਿੰਨਾ ਖਾ ਜਾਂਦਾ, ਉਹ ਵੱਖਰਾ ਟੌਪਿਕ ਹੈ। ਲੇਕਿਨ ਇਹਨਾਂ ਦੇਸ਼ਾਂ ਵਿੱਚ ਜਿੱਥੇ ਅਸੀਂ ਬੈਠੇ ਹਾਂ, ਇੰਗਲੈਂਡ, ਕੈਨੇਡਾ ਵਗੈਰਾ, ਇਹਨਾਂ ਦੇਸ਼ਾਂ ਵਿੱਚ ਟੈਕਸ ਦੀ ਚੋਰੀ ਨਹੀਂ ਹੈ, ਸਾਰੇ ਵੀਰਾਂ ਭੈਣਾਂ ਨੂੰ ਪਤਾ ਹੈ। ਤੇ ਉਹ ਟੈਕਸ ਕਰਕੇ ਇੱਥੇ ਕੋਈ ਪ੍ਰੋਬਲਮ ਨਹੀਂ, ਬਿਜਲੀ ਦੀ, ਪਾਣੀ ਦੀ, ਹੈਲਥ ਦੀ, ਦੂਜੀਆਂ ਤੀਜੀਆਂ ਕੋਈ ਪ੍ਰੋਬਲਮ ਕਿਸੇ ਕਿਸਮ ਦੀ ਨਹੀਂ, ਸੜਕਾਂ ਵਗੈਰਾ ਸਾਰਾ ਸਿਸਟਮ ਕਿੰਨਾ ਵਧੀਆ ਹੈ। ਲੇਕਿਨ ਫਿਰ ਵੀ ਟੈਕਸ ਦਾ ਸਾਨੂੰ ਲਾਭ ਹੈ, ਪਰ ਫਿਰ ਵੀ ਚੋਰ ਮੋਰੀਆਂ ਨਾ ਵਿੱਚ, ਕਿ ਫਲਾਣੇ ਬੀਮਾ ਕਰਾ ਲਓ ਤੇ ਟੈਕਸ ਬਚ ਜਾਏਗਾ, ਫਲਾਣੇ ਥਾਂ ਤੇ ਕੁਝ ਦਾਨ ਦੇ ਦਿਓ ਤੇ ਟੈਕਸ ਬਚ ਜਾਏਗਾ। ਫਿਰ ਵੀ ਲੋਕੀ ਬਚਾਉਂਦੇ ਨੇ ਨਾ। ਚੋਰ ਮੋਰੀ ਹੈ, ਕਾਨੂੰਨਾਂ ਦੇ ਵਿੱਚ ਗਵਰਨਮੈਂਟ ਨੇ ਬਣਾਏ ਹੁੰਦੇ ਨੇ, ਪਰ ਵਿੱਚੋਂ ਕੋਈ ਨਾ ਕੋਈ ਚੋਰ ਮੋਰੀ ਬਚਣ ਵਾਸਤੇ ਬੰਦਾ ਕੱਢ ਲੈਂਦਾ। ਹੁਣ ਇੱਥੇ ਵੀ ਸਾਡੇ ਕੁਝ ਲੋਕਾਂ ਨੇ ਚੋਰ ਮੋਰੀ ਰੱਖ ਲਈ ਆਪਣੇ ਆਪ ਦੇ ਬਚਾਅ ਵਾਸਤੇ, ਕਿ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ, ਜਿਨ੍ਹਾਂ ਤੇ ਕਿਰਪਾ ਹੋਏਗੀ ਉਹਨਾਂ ਦੇ ਹਿਰਦੇ ਵਿੱਚ ਬਾਣੀ ਸਮਾ ਜਾਏਗੀ। ਤੇ ਇੱਥੇ ਸਾਡੇ ਵਾਸਤੇ ਅਸੀਂ ਚੋਰ ਮੋਰੀ ਕੱਢ ਲਈ ਵੀ ਸਾਡੇ ਤੇ ਰੱਬ ਨੇ ਕਿਰਪਾ ਨਹੀਂ ਕੀਤੀ, ਤਾਂ ਨਹੀਂ ਬਾਣੀ ਸਾਡੇ ਅੰਦਰ ਸਮਾਈ। ਮਤਲਬ ਦੋਸ਼ ਰੱਬ ਦਾ, ਸਾਡਾ ਤੇ ਕੋਈ ਦੋਸ਼ ਨਹੀਂ ਜੀ। ਕੱਢ ਲਈ ਨਾ ਚੋਰ ਮੋਰੀ। ਸਾਡਾ ਪਿੰਡ ਹੈ ਬੈਰਸਾਲ, ਤੇ ਇੱਥੇ ਆ ਨੌਜਵਾਨ ਬੱਚਾ ਹੈ ਵਿਰਕ ਸਾਹਿਬ, ਜਿਹਨੂੰ ਕਹਿੰਦੇ ਆ, ਅਮਰੀਕਾ ਨੇ ਅੱਜ ਕੱਲ੍ਹ। ਇਹਨਾਂ ਦੇ ਤਾਇਆ ਜੀ ਸਨ ਤੇ ਚੇਅਰਮੈਨ ਸੀ, ਉਹਨਾਂ ਨੇ ਰਖਾਇਆ ਸੀ ਅਖੰਡ ਪਾਠ। ਤੇ ਅਖੰਡ ਪਾਠ ਤੇ ਪਾਠੀ ਜਿਹੜਾ ਸਵੇਰੇ ਬੈਠਾ, ਤੇ ਉਹ ਥੋੜਾ ਉਹਦੀ ਆਵਾਜ਼ ਨਹੀਂ ਸੀ ਠੀਕ, ਸਮਝ ਘੱਟ ਆਉਂਦੀ ਸੀ। ਤੇ ਉਹ ਚੇਅਰਮੈਨ ਕਹਿਣ ਲੱਗਾ ਵੀ ਯਾਰ ਸਵੇਰੇ ਅੰਮ੍ਰਿਤ ਵੇਲੇ ਨਾ ਕੋਈ ਪਾਠੀ ਚੰਗਾ ਬਹਿਣਾ ਚਾਹੀਦਾ, ਜਿਹਦੀ ਆਵਾਜ਼ ਚੰਗੀ ਹੋਵੇ, ਰਜਿੰਦਰ ਸਿੰਘ ਪਾਠੀ ਉਹਦੇ ਵਰਗਾ, ਜਿਹਦੀ ਸਾਨੂੰ ਸਮਝ ਆ ਜਾਏ। ਤੇ ਉੱਥੇ ਨਾਲ ਹੀ ਉਹਨਾਂ ਦਾ ਦੂਜਾ ਭਰਾ ਸੀ, ਕਹਿਣ ਲੱਗਾ ਨਹੀਂ ਭਾਈ ਸਾਹਿਬ, ਸਾਡੇ ਫਾਇਦੇ ਦਾ ਹੈ ਪਾਠੀ, ਜਿਹਦੀ ਸਮਝ ਨਹੀਂ ਆ ਰਹੀ। ਕਹਿੰਦਾ ਕਿਉਂ? ਕਹਿੰਦਾ ਜਦੋਂ ਧਰਮਰਾਜ ਸਾਨੂੰ ਪੁੱਛੇਗਾ ਵੀ ਬਾਣੀ ਤੇ ਅਮਲ ਕਿਉਂ ਨਹੀਂ ਕੀਤਾ, ਤੇ ਅਸੀਂ ਕਵਾਂਗੇ ਪਾਠੀ ਐਵੇਂ ਦਾ ਬੈਠਾ ਸੀ, ਸਾਡੀ ਸਮਝ ਹੀ ਨਹੀਂ ਆਈ, ਤਾਂ ਨਹੀਂ ਅਸੀਂ ਅਮਲ ਕੀਤਾ। ਚੋਰ ਮੋਰੀਆਂ ਨੇ ਨਾ, ਚੋਰ ਮੋਰੀਆਂ। ਇੱਥੇ ਹੁਣ ਅਸੀਂ ਕਹਿ ਰਹੇ ਹਾਂ ਸਾਡੇ ਤੇ ਰੱਬ ਕਿਰਪਾ ਨਹੀਂ ਕੀਤੀ, ਤਾਂ ਬਾਣੀ ਨਹੀਂ ਵਸੀ। ਉਹ ਭਲੇ ਪੁਰਸ਼ੋ, ਦੂਜਾ ਇਹਦਾ ਮੀਨਿੰਗ ਇਹ ਹੈ ਕਿ ਜੇ ਬਾਣੀ ਵਸਾ ਲੋਗੇ, ਬਾਣੀ ਦਾ ਹਿਰਦੇ ਵਿੱਚ ਵਸਾ ਲੈਣਾ ਹੀ ਕਿਰਪਾ ਹੈ। ਜਿਹੜਾ ਇਸ ਬਾਣੀ ਨੂੰ, ਇਸ ਸੋਚ ਨੂੰ ਆਪਣੀ ਮੈਂਟੈਲਿਟੀ, ਮਾਨਸਿਕਤਾ ਵਿੱਚ ਵਸਾ ਲਵੇਗਾ, ਜੋ ਇਸ ਪਾਵਨ ਬਾਣੀ ਮੁਤਾਬਕ ਮਨ ਬਚਨ ਕਰਮ ਕਰਕੇ ਜ਼ਿੰਦਗੀ ਜੀਵੇਗਾ, ਉਹ ਕਿਰਪਾ ਦਾ ਪਾਤਰ ਹੋ ਜਾਏਗਾ, ਉਹਦੇ ਤੇ ਕਿਰਪਾ ਬਰਸ ਜਾਏਗੀ। ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ। ਸਦਾ ਰਹੋ ਹਰ ਰੰਗ ਦਾ ਮਤਲਬ ਰੱਬੀ ਪਿਆਰ ਦੇ ਵਿੱਚ ਹਮੇਸ਼ਾ ਰੰਗੇ ਰਹੋ, ਆਪਣੀ ਸੁਰਤ ਨੂੰ ਸੱਚ ਦੇ ਨਾਲ ਹਮੇਸ਼ਾ ਰੰਗੀ ਰੱਖੋ। ਤੁਹਾਡੀ ਸੁਰਤ, ਤੁਹਾਡੀ ਮੈਂਟੈਲਿਟੀ ਸ਼ੁਭ ਗੁਣਾਂ ਦੇ ਅੰਦਰ ਹਮੇਸ਼ਾ ਰੰਗੀ ਰਹੇ। ਪੀਵੋ ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ ਇਹ ਨਾਮ ਜਲ ਹੈ, ਇਹਨੂੰ ਪੀਓ। ਇਸ ਪਾਵਨ ਬਾਣੀ ਤੇ ਅਮਲ ਕਰੋ, ਆਤਮਿਕ ਜ਼ਿੰਦਗੀ ਮਿਲੇਗੀ, ਜ਼ਮੀਰ ਜ਼ਿੰਦਾ ਹੋਏਗੀ, ਇਨਸਾਨੀਅਤ ਪੈਦਾ ਹੋਏਗੀ, ਖੁਸ਼ੀ ਪੈਦਾ ਹੋਏਗੀ। ਜਪਿਓ ਸਾਰਿੰਗ ਪਾਣੀ। ਪਾਣ ਦਾ ਮਤਲਬ ਹੁੰਦਾ ਹੈ ਹੱਥ, ਸਾਰਿੰਗ ਦਾ ਮਤਲਬ ਧਨੁਸ਼, ਜਿਹਦੇ ਹੱਥ ਵਿੱਚ ਧਨੁਸ਼ ਹੈ ਯਾਨੀ ਰੱਬ। ਉਸ ਰੱਬ ਨੂੰ ਜਪੋ ਦਾ ਮਤਲਬ ਜਾਣੋ, ਉਹਨੂੰ ਸਮਝੋ, ਉਹਦੇ ਨਾਲ ਜਾਣ ਪਹਿਚਾਨ ਬਣਾਓ ਕਿ ਹਰ ਇਨਸਾਨ ਦੇ ਅੰਦਰ ਰੱਬ ਵਸਦਾ ਹੈ। ਇਸ ਗੱਲ ਨੂੰ ਜਾਣੋ, ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਕਰੋ, ਹਰ ਇੱਕ ਨਾਲ ਰੱਬ ਵਰਗਾ ਵਿਹਾਰ ਕਰੋ, ਆਪਣੇ ਅੰਦਰੋਂ ਰੱਬੀ ਗੁਣਾਂ ਨੂੰ ਪ੍ਰਗਟ ਕਰੋ, ਤੁਹਾਡੇ ਅੰਦਰ ਰੱਬ ਵਸੇ, ਤੁਸੀਂ ਰੱਬ ਵਰਗੇ ਹੋ ਜਾਓ, ਆਤਮਿਕ ਜੀਵਨ ਮਿਲੇਗਾ, ਆਨੰਦ ਮਿਲੇਗਾ। ਕਹਿ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਪਿਆਰਿਓ, ਇਹ ਸੱਚੀ ਬਾਣੀ ਨੂੰ ਹਮੇਸ਼ਾ ਗਾਓ। ਇੱਥੇ ਗਾਓ ਦਾ ਮਤਲਬ ਹੈ ਮਨ, ਬਚਨ ਔਰ ਕਰਮ ਕਰਕੇ ਬਾਣੀ ਦੇ ਉੱਤੇ ਅਮਲ ਕਰੋ। ਫਿਰ ਕੀ ਹੋਏਗਾ? ਜ਼ਿੰਦਗੀ ਦੇ ਅੰਦਰ ਖੁਸ਼ੀ, ਜ਼ਿੰਦਗੀ ਦੇ ਅੰਦਰ ਆਨੰਦ ਪੈਦਾ ਹੋਏਗਾ, ਬੰਧਨਾਂ ਤੋਂ ਛੁਟਕਾਰਾ ਹੋ ਜਾਏਗਾ, ਡਿਪਰੈਸ਼ਨ ਦੇ ਸ਼ਿਕਾਰ ਨਹੀਂ ਹੋਗੇ,
ਨੈਗੇਟਿਵਿਟੀ ਦੇ ਸ਼ਿਕਾਰ ਨਹੀਂ ਹੋਗੇ, ਵਿਲ ਪਾਵਰ ਜਾਗੇਗੀ, ਪੋਜ਼ਿਟਿਵਿਟੀ ਆਏਗੀ, ਸਕਾਰਾਤਮਕ ਸੋਚ ਆਏਗੀ, ਚੜ੍ਹਦੀ ਕਲਾ ਬਣੇਗੀ, ਰੱਬ ਵਰਗੇ ਹੋ ਜਾਓਗੇ, ਰੱਬ ਵਿੱਚ ਸਮਾ ਜਾਓਗੇ, ਵਿਕਾਰਾਂ ਤੋਂ ਖਲਾਸੀ ਹੋ ਜਾਏਗੀ, ਆਨੰਦ ਵਾਲਾ ਜੀਵਨ ਬਣ ਜਾਏਗਾ। ਤਾਂ ਅੱਜ ਅਸਾਂ ਇਹਨਾਂ 3 ਪੌੜੀਆਂ ਦੀ ਵਿਚਾਰ ਕੀਤੀ ਹੈ। ਇਹਨਾਂ 3 ਪੌੜੀਆਂ ਦੇ ਵਿੱਚ ਜੋ ਅਸੀਂ ਵਿਚਾਰ ਕੀਤੀ ਹੈ, ਜੇ ਇਹਦੇ ਪ੍ਰਤੀ ਕਿਸੇ ਦਾ ਸਵਾਲ ਹੋਵੇ, ਬੰਦ ਕਰ, ਸਵਾਲ ਹੋਵੇ ਤਾਂ ਉਹ ਸਵਾਲ ਆਪ ਕਰ ਸਕਦੇ ਹੋ, ਔਰ ਬਾਕੀ ਆਪਣੇ ਵਿਊਜ਼ ਵੀ ਦੇ ਸਕਦੇ ਹੋ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਅਰ ਕਰ ਦਿਓ, ਸ਼ੇਅਰ। ਮੋਹਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਹੁਣ ਸਾਰੇ ਜਿੰਨੇ ਵੀ ਸੰਗਤਾਂ ਜੁੜੀਆਂ ਹੈ, ਜੇ ਕਿਸੇ ਨੇ ਕੋਈ ਕੁਐਸਚਨ ਕਰਨਾ ਹੈ ਜਾਂ ਕੋਈ ਆਪਣੇ ਵਿਚਾਰ ਦੇਣੇ ਆ ਤਾਂ ਜ਼ਰੂਰ ਆਪ ਹੀ ਅਨਮਿਊਟ ਹੋ ਕੇ ਤਾਂ ਕਰੋ ਗੱਲ ਜੀ। ਨਹੀਂ ਕੋਈ ਹਾਂਜੀ ਕੋਈ ਵੀ ਜੀ। ਦੇਖੋ ਜੀ ਜਿਹੜੀ ਜੀ ਕੁਐਸਚਨ ਪੁੱਛ ਲਾਂ, ਥੋੜਾ ਜਿਹਾ ਇਹਦੇ ਨਾਲ ਰਿਲੇਟਡ ਨਹੀਂ ਹੈ ਪਰ ਗੁਰਬਾਣੀ ਵਿੱਚੋਂ ਹੀ ਆ। ਹਾਂਜੀ ਭੈਣ। ਜਿਸ ਤਰ੍ਹਾਂ ਪਰਾ, ਪਸੰਤੀ, ਮਧਮਾ ਤੇ ਬੈਖਰੀ ਆ। ਹਾਂਜੀ। ਤੇ ਜਿਹੜੀ ਪਰਾ ਦੇ ਵਿੱਚੋਂ ਧੁਨੀ ਚੋਂ ਆਵਾਜ਼ ਪਸੰਤੀ ਤੱਕ ਕਿੱਦਾਂ ਜਾਂਦੀ, ਇਹਨਾਂ ਤੇ ਸਾਨੂੰ ਪਤਾ ਲੱਗ ਜਾਂਦਾ। ਪਰਾ ਚੋਂ ਮਹਿਮਾ ਤੇ ਮਹਿਮਾ ਤੋਂ ਬੈਖਰੀ ਤੱਕ ਆਉਂਦੀ ਆ, ਤੇ ਪਸੰਤੀ ਤੱਕ ਕਿੱਦਾਂ ਜਾਂਦੀ ਆ? ਇਹਦੇ ਬਾਰੇ ਭੈਣ ਜੇ ਕੋਈ ਨਾ ਇਸ ਬਾਰੇ ਜੇ ਕਿਸੇ ਡਾਕਟਰ ਤੋਂ ਪੁੱਛਿਆ ਜਾਏ ਤੇ ਜ਼ਿਆਦਾ ਬੈਟਰ ਹੋਏਗਾ, ਕਿਉਂਕਿ ਜਿਹੜੀ ਸਾਡੀ ਆਵਾਜ਼ ਹੈ ਉਹ ਗਲੇ ਦੇ ਅੰਦਰ ਕਿਵੇਂ ਕੰਮ ਕਰਦੀ ਹੈ ਨਾ, ਇਹਦੇ ਬਾਰੇ ਕੋਈ ਡਾਕਟਰ ਜ਼ਿਆਦਾ ਸਾਨੂੰ ਦੱਸ ਸਕਦਾ ਹੈ। ਅੱਛਾ। ਤੇ ਉਹ ਮਤਲਬ ਜਿਹੜੀਆਂ ਨੇ ਪਰਾ, ਪਸੰਤੀ, ਮਧਮਾ, ਬੈਖਰੀ, ਕਿਉਂਕਿ ਇਹ ਮੰਨੀਆਂ ਗਈਆਂ ਸੀ ਤੇ ਗੁਰੂ ਜੀ ਕਹਿੰਦੇ ਨੇ ਕੀਤੀਆਂ ਖਾਣੀ, ਕੀਤੀਆਂ ਬਾਣੀ, ਕੀਤੇ ਪਾਤ ਮਿਲਣ। ਦੇਖੋ ਜੇ ਅਸੀਂ ਧੁਨੀ ਤੋਂ ਮੰਨੀਏ, ਆਵਾਜ਼ ਉੱਠਦੀ ਹੈ ਨਾ, ਹਿਰਦੇ ਤੱਕ ਗਈ, ਕੰਠ ਚੱਕਰ ਤੱਕ ਗਈ, ਜ਼ਬਾਨ ਤੱਕ ਆਈ, ਲੇਕਿਨ ਉਹਦੇ ਵਿੱਚ ਵੀ ਕਿੰਨੀਆਂ ਸਟੇਜਾਂ ਨੇ, ਹਜ਼ਾਰਾਂ ਲੱਖਾਂ ਹਨਾ। ਤੇ ਇਸ ਕਰਕੇ ਅਸਲੀ ਗੱਲ ਹੈਗੀ ਕਿ ਅਸੀਂ ਜਿਹੜਾ ਬੋਲ ਚਾਲ ਹੈਗਾ ਸਾਡਾ ਗੁਰਮਤਿ ਆਸ਼ੇ ਅਨੁਸਾਰ ਰੱਖਿਆ ਜਾਏ, ਵੀ ਚੱਕਰ ਵਿੱਚ ਨਾ ਪੈ ਕੇ। ਹਾਂਜੀ, ਥੈਂਕ ਯੂ ਮੋਹਰ ਸਿੰਘ ਜੀ। ਆਪਣੇ ਅਵਤਾਰ ਸਿੰਘ ਜੀ। ਜੀ ਮੈਂ ਇਹਦੇ ਨਾਲ ਕੋਈ ਕੰਸਰਨ ਨਹੀਂ ਜੀ। ਮੈਂ ਪੁੱਛਣਾ, ਜਿਹੜੇ ਮੱਥਾ ਟੇਕਦੇ ਜਾ ਕੇ ਤਾਂ ਪਰਿਕਰਮਾ ਕਈ ਵਾਰੀ ਕਰਦੇ ਆ, ਉਹਦਾ ਕੋਈ ਹੈ ਜੀ ਕੋਈ? ਦੇਖੋ ਵੀਰ ਜੀ, ਜਿਹੜਾ ਅਸੀਂ ਮੱਥਾ ਟੇਕਦੇ ਆ ਨਾ, ਮੱਥਾ ਟੇਕਣਾ ਸਾਡਾ ਗੁਰੂ ਜੀ ਦੇ ਨਾਲ ਪ੍ਰੋਮਿਸ ਹੈਗੀ ਹੈ, ਪ੍ਰਤਿਗਿਆ, ਕਸਮ ਚੁੱਕਣੀ ਕਿ ਸਤਿਗੁਰੂ ਅੱਗੇ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਜੋ ਅਸੀਂ ਬਾਣੀ ਵਿੱਚ ਲਿਖਿਆ ਹੈ ਉਹਨੂੰ ਅਸੀਂ ਸਿਰ ਮੱਥੇ ਪ੍ਰਵਾਨ ਕਰਾਂਗੇ। ਤੇ ਜਿਹੜੇ ਵੀਰ ਪਰਿਕਰਮਾ ਕਰਦੇ ਨੇ, ਉਹਦਾ ਮਤਲਬ ਇਹ ਹੁੰਦਾ ਕਿ ਅਸੀਂ ਗੁਰੂ ਤੋਂ ਬਲਿਹਾਰ ਜਾ ਰਹੇ ਹਾਂ, ਭਾਵ ਸਰੈਂਡਰ ਹਾਂ, ਔਰ ਅਸੀਂ ਪ੍ਰੋਮਿਸ ਕਰ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਆਪਣੀ ਸੋਚ ਦਾ ਕੇਂਦਰ ਬਣਾਵਾਂਗੇ, ਔਰ ਜੋ ਕੁਝ ਅਸੀਂ ਬਾਣੀ ਵਿੱਚ ਸੁਣਿਆ ਹੈ ਉਹਨੂੰ ਅਸੀਂ ਇੰਪਲੀਮੈਂਟ ਕਰਾਂਗੇ। ਉਹਦਾ ਮਤਲਬ ਹੈ ਅਸੀਂ ਪ੍ਰੋਮਿਸ ਕਰ ਰਹੇ ਹਾਂ। ਠੀਕ ਹੈ, ਧੰਨਵਾਦ। ਹਾਂਜੀ, ਥੈਂਕ ਯੂ ਮੋਹਨ ਸਿੰਘ ਜੀ। ਆਪਣੇ ਹੋਰ ਕੋਈ ਕੁਐਸਚਨ ਜੀ? ਹੋਰ ਇਸ ਵੇਲੇ ਤਾਂ ਹੋਰ ਕੋਈ ਅਨਮਿਊਟ ਹੈ ਨਹੀਂ। ਹਾਂਜੀ, ਤਾਂ ਮੇਰੇ ਖਿਆਲ ਕੱਲ ਨੂੰ ਆਪਣੇ ਤਰਲੋਚਨ ਸਿੰਘ ਹੁਣੀ ਆ ਕੇ ਤਾਂ ਥੋੜਾ ਜਿਹਾ ਗੱਲਬਾਤ ਥੋੜੀ ਵਧਾਓਗੇ। ਹਾਂਜੀ, ਜੇ ਹੋਰ ਕੋਈ ਨਹੀਂ ਕੁਐਸਚਨ ਤਾਂ ਆਪਾਂ ਇੱਥੇ ਆਪਣੀ ਸਮਾਪਤੀ ਕਰ ਦਿੰਦੇ ਹਾਂ ਜੀ। ਹੋਰ ਕੋਈ ਨਹੀਂ ਜੀ। ਆਪਣੇ ਮੋਹਨ ਸਿੰਘ ਜੀ ਤੁਸੀਂ ਹੋਰ ਕੋਈ ਗੱਲ ਜੀ ਵਿਚਾਰ ਦੇਣਾ ਚਾਹੁੰਦਾ ਜਾਂ ਕੋਈ ਆਪਣਾ ਕੁਐਸਚਨ ਪੁੱਛਣਾ ਚਾਹੁੰਦਾ ਤਾਂ ਅਨਮਿਊਟ ਹੋ ਸਕਦੇ ਹੋ ਆਪ, ਜਿਵੇਂ ਵੀਰ ਜੀ ਕਹਿ ਰਹੇ ਨੇ ਆਪ ਜੀ ਨੂੰ, ਨਹੀਂ ਤਾਂ ਫਿਰ ਸਮਾਪਤੀ ਕਰ ਦਿੰਦੇ। ਠੀਕ ਹੈ ਜੀ, ਮੇਰੇ ਖਿਆਲ ਇੱਥੇ ਕੋਈ ਕੁਐਸਚਨ ਹੋਰ ਕੋਈ ਹੈ ਨਹੀਂ ਤਾਂ ਫਿਰ ਅੱਜ ਦੀ ਸਮਾਪਤੀ ਕਰਦੇ ਨੇ। ਸਾਰੀ ਸੰਗਤ ਧੰਨਵਾਦ ਜੀ, ਜਿਹੜੇ ਵੀ ਆਏ ਆ ਜੀ। ਤਾਂ ਆਪਾਂ ਹੁਣ ਕੱਲ ਨੂੰ ਇਸੇ ਤਰੀਕੇ ਨਾਲ 2 ਵਜੇ ਫੇਰ ਆਪਣੇ ਇਕੱਠੇ ਹੋਵਾਂਗੇ ਜੀ। ਸਾਰਿਆਂ ਨੂੰ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।